ਗੁਰਦੁਆਰਾ ਸਿੰਘ ਸਭਾ ਮੇਨ ਬਾਜ਼ਾਰ ਸ਼ਾਹਕੋਟ ਦੇ ਹੈੱਡ ਗ੍ਰੰਥੀ ਸਰਦਾਰ ਪ੍ਰਭਜੀਤ ਸਿੰਘ ਕੋਲੀਆ ਜੀ ਦੇ ਸੱਸ ਮਾਤਾ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੇਨ ਬਾਜ਼ਾਰ ਸ਼ਾਹਕੋਟ ਵਿਖੇ ਕਰਵਾਇਆ ਗਿਆ। मान मुख बालक बिरद समान है निरंतर सुंदर नारी विचरो मैं कर्म कमाल ले सब धर्म राय कह जानी गुरमुख अच्छे निर्मले गुर के शब्द सुभाए होना मैर बदन न लगे जे चलन सतगुर पाए मान मुख झूठ न उतरे जे सौ गुण पाए नानक गुरमुख मेलिया न कृत्य अंत समाए बुरा करे सो देहा सिंजाए अपने रोए आपे दज्जै मानो कमला रगड़ै रुज्जै गुरमुख होए सब सुझै नाने गुरमुख मन से रुज्जै जिन सतगुरु पुरख न सेवियो सपन कितो विचार होए मानस जुन ना कियन पशु ढोर गावार होना अंतर ज्ञान न ध्यान है हर्षों प्रीत न प्यार मान मुख हुए वकार में है मध्यम महवार जीव नो मिले तो जीव दे अंजत जीवन पर भावे नानक गुरमुख सोने सच्चा दरबार हर मंदिर हर सज्या हर सहज सिंगार गुरमति हर पाया माया मोह बंजार हर मंदिर वस्तु नेक है नाम निर्माण समाद धन भगवंती नानका न गुरमुख लद्दा पावे बड़ भागी गढ़ मंदिर पूज्या हर युद्ध पाया नाल मानव दैस फिर रहे अब कृष्णा लोगार माया मोल जुगई मध्यम महवार वार सतगुर से सुख पाया कृष्णा का जगार जन्म मन का दुख गया जन नानक शब्द विचार हर हर नाम ध्याय मन तब दर्द पावन मान कलयुग पापों कटी है मैं चुका गुमान गुरमुख कबल विस्या सब यातन ब्रह्म विशान हर हर कृपा धार प्रभु जन नानक जप हर नाम तना शरीर धनवंती जानिए पाई जा सतगुर की कार कमाए तन मन सौंपे जी सौ पाई रहे हुकुम कराओ जह पैसा वह पैसे पाई जह भेजे तह जाओ एवं धन होर को नहीं पाई जेवड़ सच्चा नाओ सदा सच्चे के गुण गामा पाई सदा सच्चे के संग रहाओ पहनना कोट के आइया भाई अपनी पत के साथ आपे खाए किसका क्या सहाय भाई दर्शन को बदल जाए सतगुर विच वड्डियां वड्डियाइयां भाई करम मिले ना पाए एक हुकम मन ना जड़नी भाई दूजे भाई कराए संगत ढोई ना मिले भाई वैसन मिले बताओ इस उपरंत रखे गए श्री अखंड पाठ साहिब जी दे भोग पाए गए। जी
ਮਾਤਾ ਸੁਰਿੰਦਰ ਕੌਰ ਜੀ ਦਾ ਜਨਮ 2 ਅਕਤੂਬਰ 1956 ਨੂੰ ਪਿਤਾ ਸਰਦਾਰ ਲਾਲ ਸਿੰਘ ਜੀ ਹੁਣਾਂ ਦੇ ਘਰ ਮਾਤਾ ਮੁਖਤਿਆਰ ਕੌਰ ਹੁਣਾਂ ਦੀ ਕੁੱਖੋਂ ਲੁਧਿਆਣਾ ਵਿਖੇ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਹੋਣਹਾਰ ਪ੍ਰਤਿਭਾ ਦੇ ਮਾਲਕ ਅਤੇ ਸਾਊ ਸੁਭਾਅ ਵਾਲੇ ਮਿਹਨਤੀ ਇਨਸਾਨ ਸਨ। ਆਪ ਜੀ ਨੇ 8ਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ। ਉਪਰੰਤ ਆਪ ਜੀ ਦਾ ਧਿਆਨ ਪਰਮਾਤਮਾ ਦੀ ਤਰਫ ਲੱਗ ਗਿਆ। ਗੁਰੂ ਘਰ ਜਾਣਾ, ਨਿਤਨੇਮ ਕਰਨਾ, ਬਾਣੀ ਦਾ ਸਿਮਰਨ ਕਰਨਾ ਆਪ ਜੀ ਦੀ ਦਿਨਚਰਿਆ ਸੀ। ਆਪ ਜੀ ਦਾ ਵਿਆਹ ਸਨ 1975 ਵਿੱਚ ਸਰਦਾਰ ਸੋਹਣ ਸਿੰਘ ਜੀ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੇ ਸਾਰੇ ਗੁਣਾਂ ਦੀ ਮਹਿਕ ਆਪਣੇ ਸਹੁਰੇ ਘਰ ਬਿਖੇਰਨੀ ਸ਼ੁਰੂ ਕਰ ਦਿੱਤੀ। ਆਪ ਜੀ ਹਮੇਸ਼ਾ ਹੀ ਆਪਣੇ ਪਤੀ ਦੇ ਕੰਧੇ ਨਾਲ ਕੰਧਾ ਮਿਲਾ ਕੇ ਚੱਲੇ। ਆਪ ਜੀ ਦੇ ਘਰ 2 ਧੀਆਂ ਅਤੇ 2 ਪੁੱਤਰਾਂ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ, ਖੂਬ ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਜਿੱਥੇ ਮਾਤਾ ਜੀ ਨੇ ਆਪਣੇ ਬੱਚਿਆਂ ਨੂੰ ਸੰਸਾਰਿਕ ਵਿਦਿਆ ਦਵਾਈ, ਉੱਥੇ ਹੀ ਮਾਤਾ ਜੀ ਨੇ ਆਪਣੇ ਬੱਚਿਆਂ ਨੂੰ ਪਰਮਾਤਮਾ ਦੇ ਨਾਮ ਸਿਮਰਨ ਵੱਲ ਵੀ ਲਾਈ ਰੱਖਿਆ। ਮਾਤਾ ਜੀ ਨੂੰ ਗੁਰੂ ਧਾਮਾਂ ਦੀ ਯਾਤਰਾ ਦਾ ਬਹੁਤ ਸ਼ੌਂਕ ਸੀ। ਆਪ ਜੀ ਨੂੰ ਹਮੇਸ਼ਾ ਹੀ ਗੁਰੂ ਧਾਮਾਂ ਦੀ ਯਾਤਰਾ ਦੀ ਤਾਂਘ ਰਹਿੰਦੀ ਅਤੇ ਆਪ ਜੀ ਬਹੁਤ ਸਾਰੇ ਗੁਰੂ ਧਾਮਾਂ ਦੀ ਯਾਤਰਾ ਵੀ ਕਰ ਚੁੱਕੇ ਸਨ। ਮਾਤਾ ਸੁਰਿੰਦਰ ਕੌਰ ਜੀ ਗਰੀਬਾਂ ਤੇ ਦੀਨ ਦੁਖੀਆਂ ਦੇ ਮਸੀਹਾ ਸਨ ਅਤੇ ਹਮੇਸ਼ਾ ਹੀ ਹਰ ਇੱਕ ਦੀ ਮਦਦ ਲਈ ਤਨੋ ਮਨੋ ਅਤੇ ਧਨੋਂ ਤਿਆਰ ਬਰ ਤਿਆਰ ਰਹਿੰਦੇ ਸਨ। ਆਪ ਜੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। ਮਾਤਾ ਜੀ ਨੇ ਆਪਣੀ ਜ਼ਿੰਦਗੀ ਦਾ ਬਹੁਤ ਜ਼ਿਆਦਾ ਸਮਾਂ ਆਪਣੀ ਧੀ ਇੰਦਰਜੀਤ ਕੌਰ ਨਾਲ ਹੀ ਗੁਜ਼ਾਰਿਆ ਅਤੇ ਇਹਨਾਂ ਦੇ ਦਾਮਾਦ ਸਰਦਾਰ ਪ੍ਰਭਜੀਤ ਸਿੰਘ ਕੋਲੀਆ ਨੇ ਵੀ ਇਹਨਾਂ ਦੀ ਸੇਵਾ ਪੁੱਤਰਾਂ ਨਾਲੋਂ ਵੀ ਜ਼ਿਆਦਾ ਕੀਤੀ, ਜੋ ਕਿ ਅਜੋਕੇ ਸਮੇਂ ਵਿੱਚ ਇੱਕ ਮਿਸਾਲ ਕਾਇਮ ਕਰਦੀ ਹੈ। ਇਸ ਉਪਰੰਤ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਨਿਵਾਸ ਆਜ਼ਾਦ ਨਗਰ ਸ਼ਾਹਕੋਟ ਦੇ ਹੈੱਡ ਗ੍ਰੰਥੀ ਕਥਾਵਾਚਕ ਭਾਈ ਅੰਮ੍ਰਿਤਪਾਲ ਸਿੰਘ ਜੀ ਵੱਲੋਂ ਸਟੇਜ ਦੀ ਆਰੰਭਤਾ ਕੀਤੀ ਗਈ। ਉਸ ਕਰਕੇ ਦੇ ਹੁਕਮ ਅਨੁਸਾਰ ਸਾਡੇ ਸਤਿਕਾਰਯੋਗ ਮਾਤਾ ਸੁਰਿੰਦਰ ਕੌਰ ਜੀ ਆਪਣੀ ਸੰਸਾਰਿਕ ਯਾਤਰਾ ਨੂੰ ਸੰਪੂਰਨ ਕਰਦਿਆਂ ਹੋਇਆ ਕਰਕੇ ਪੁਰਖ ਦੇ ਹੁਕਮ ਅਨੁਸਾਰ ਹੀ ਕੱਲੇ ਆਵੇ ਨਾਨਕਾ ਸਦੇ ਉੱਠੀ ਜਾਹੇ ਦੇ ਅਟਲ ਹੁਕਮਾਂ ਨੂੰ ਸੰਸਾਰ ਮਾਰਗ ਦੇ ਪੰਦੀ ਬੰਦਿਆਂ ਸੰਸਾਰ ਤੋਂ ਕਾਲ ਚਲਾਣਾ ਕਰ ਗਏ ਸੀ। ਅੱਜ ਉਹਨਾਂ ਦੀ ਅੰਤਮ ਅਰਦਾਸ ਹੈ ਔਰ ਅੰਤਮ ਅਰਦਾਸ ਦਾ ਜੋ ਸਮਾਂ ਨਿਯਤ ਕੀਤਾ ਗਿਆ ਹੈ 11 ਵਜੇ ਤੋਂ ਲੈ ਕੇ 1 ਵਜੇ ਤੱਕ ਹੈ। ਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਅਖੰਡ ਜਾਪ ਸੰਪੂਰਨ ਹੋਏ ਨੇ। ਹੁਣ ਸਾਡੇ ਕੋਲ ਸਾਡੇ ਬਹੁਤ ਜੋ ਰੰਗ ਰਤੀ ਰੂਪ ਗੁਰੂ ਪਿਆਰ ਦੇ ਵਿੱਚ ਭੇਜੀ ਮਹਾਨ ਆਤਮਾ ਸੰਤ ਗੁਰਮੀਤ ਸਿੰਘ ਜੀ
ਕੋਸਾ ਕੋਟਲਾ ਵਾਲੇ ਜੋ ਸਾਨੂੰ ਗੁਰਮੁਖ ਵਿਚਾਰਨ ਦੇ ਰਾਹੀਂ ਜੋ ਸਤਿਗੁਰੂ ਦਾ ਉਪਦੇਸ਼ ਹੈ ਅੰਤੇ ਸਤਿਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਕੇਸੋ ਗੋਪਾਲ ਪੰਡਤ ਸੱਜਿਓ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ ਹਰ ਕਥਾ ਕਹਾਣੀਆਂ ਕਰਤੇ ਦੀਆਂ ਬਾਤਾਂ ਸਾਡੇ ਨਾਲ ਸਾਂਝੀਆਂ ਕਰਤੀਆਂ ਜੋ ਇਸ ਜੀਵਨ ਦਾ ਮਨੁੱਖ ਦਾ ਆਉਣ ਦਾ ਪ੍ਰਯੋਜਨ ਹੈ ਜੋ ਇਸ ਮਨੁੱਖਾ ਜਨਮ ਦੇ ਅੰਦਰ ਅਸੀਂ ਜੀਵਨ ਦੀ ਸਤਿਗੁਰੂ ਦੀ ਦਿੱਤੀ ਹੋਈ ਸਿੱਖਿਆ ਕਵਨ ਕਾਜ ਸਿਰਜੇ ਜਗ ਪੀਤਰ ਜਨਮ ਕਵਨ ਫਲ ਪਾਇਆ ਪਵਨ ਤਰਨ ਤਾਰਨ ਚਿੰਤਾ ਮਨ ਇੱਕ ਨਿਮਕ ਇਹ ਮਨ ਲਾਇਆ ਇਸ ਮਨੁੱਖਾ ਜਨਮ ਦੀ ਸਾਡੀ ਪ੍ਰਾਪਤੀ ਔਰ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਜੋ ਅਸੀਂ ਆਪਣੇ ਆਪ ਨੂੰ ਗੁਰੂ ਦੇ ਹੁਕਮਾਂ ਤੇ ਚਲਾਉਂਦੇ ਹਾਂ ਕਰਤੇ ਦੇ ਵਿੱਚ ਅਪੇਧ ਕਰਦੇ ਹਾਂ ਜੀਵਨ ਨੂੰ ਸਾਰਥਕ ਸਫਲਿਆ ਬਣਾਉਣ ਦੀ ਜੋ ਸਤਿਗੁਰੂ ਦੀ ਕੋਲੋਂ ਅਸੀਂ ਜੁਗਤ ਪ੍ਰਾਪਤ ਕਰਨੀ ਹੈ ਉਸ ਸੰਬੰਧੀ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਗੁਰਮੀਤ ਸਿੰਘ ਜੀ ਜੋ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਹਾਜ਼ਰ ਚੁੱਕ ਜੀਓ ਆਇਆ ਨੂੰ ਹੈ ਸੋ ਬੇਨਤੀ ਹੈ ਗੁਰਮੁਖ ਵਿਚਾਰਾਂ ਦੀ ਸਾਂਝ ਸਾਡੇ ਨਾਲ ਪਾਉਣਗੇ ਉਸ ਤੋਂ ਉਪਰੰਤ ਜੋ ਗੁਰੂ ਪਿਆਰੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਦਰਬਾਰ ਦੀ ਹਜ਼ੂਰੀ ਕਰਕੇ ਭਾਈ ਦਵਿੰਦਰ ਸਿੰਘ ਜੀ ਸਾਨੂੰ ਗੁਰਮੁਖ ਵਿਚਾਰਾਂ ਤੋਂ ਉਪਰੰਤ ਇਲਾਹੀ ਕੀਰਤਨ ਦੇ ਨਾਲ ਕਰਤੇ ਦੀਆਂ ਬਾਤਾਂ ਦੇ ਨਾਲ ਸਾਂਝ ਪਾਉਣਗੇ ਸੋ ਆਓ ਸੰਤ ਗੁਰਮੀਤ ਸਿੰਘ ਜੀ ਕੋਸਾ ਕੋਟਲਾ ਵਾਲੇ ਉਹਨਾਂ ਤੋਂ ਆਪਾਂ ਗੁਰਮਤਿ ਵਿਚਾਰਾਂ ਦੀ ਸਾਂਝ ਪ੍ਰਾਪਤ ਕਰਦੇ ਹਾਂ ਗੁਰਮਤਿ ਦੀ ਦਾਤ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨਾ ਚਿਰ ਤੱਕ ਇਸ ਮਿੱਟੀ ਤੋਂ ਮਿੱਟੀ ਤੱਕ ਦਾ ਸਫ਼ਰ ਜੋ ਉਪਜਾਊ ਸ਼ਕਤੀ ਕਰਕੇ ਮਿੱਟੀ ਜਾਣੀ ਜਾਂਦੀ ਹੈ ਧਰਤੀ ਮਾਂ ਤੋਂ ਮਾਂ ਦਾ ਸਫ਼ਰ ਜਿਸ ਨੂੰ ਅਸੀਂ ਗੁਣ ਦਾ ਹੁਨਰ ਦਾ ਰੱਬ ਦੀ ਮਿਹਰ ਦਾ ਸਫ਼ਰ ਕਹਿੰਦੇ ਹਾਂ ਉਸ ਨੂੰ ਪੂਰਾ ਕਰਦਿਆਂ ਹੋਇਆਂ ਲੰਬਾ ਸਮਾਂ ਜਾਂ ਜ਼ਿੰਦਗੀ ਦਾ ਪਿਛਲਾ ਪੜਾਅ ਤਿੰਨ ਪੜਾਵਾਂ ਵਿੱਚ ਜ਼ਿੰਦਗੀ ਚੱਲਦੀ ਹੈ ਜਾਂ ਇਉਂ ਕਹੋ ਕਿ ਬਚਪਨ ਤੋਂ ਜਵਾਨੀ ਜਵਾਨੀ ਤੋਂ ਬੁਢੇਪਾ ਇੱਕ ਪੈਂਡੂਲਮ ਵਾਂਗੂ ਹੁੰਦਾ ਹੈ ਜਿਹੜਾ ਟੂ ਫਰੋ ਕਰਦਾ ਹੈ ਜਵਾਨੀ ਦੇ ਦੁਆਲੇ ਪੂਰਬਲੇ ਕਰਮ ਵਰਤਮਾਨ ਕਰਮ ਸਭ ਕੁਝ ਰਲ ਮਿਲ ਕੇ ਸੁੱਖ ਦੁੱਖ ਦੋਏ ਦਰ ਕੱਪੜੇ ਪਹਿ ਰਹਿ ਜਾਏ ਮਨੁੱਖ। ਮਾਤਾ ਸੁਰਿੰਦਰ ਕੌਰ ਜੀ ਜਿਨ੍ਹਾਂ ਦੀ ਬੇਟੀ ਇੰਦਰਜੀਤ ਕੌਰ ਜੀਵਨ ਸਾਥੀ ਪ੍ਰਭਜੀਤ ਸਿੰਘ ਜਿਨ੍ਹਾਂ ਨੂੰ ਸਾਹਿਬ ਜੀ ਨੇ ਆਪਣੇ ਦਰਬਾਰ ਦੀ ਹਜ਼ੂਰੀ ਸੇਵਾ ਨਾਲ ਨਵਾਜ਼ਿਆ ਹੋਇਆ ਹੈ। ਇੱਕ ਧਰਮ ਦਾ ਚੌਗਿਰਦਾ ਹੈ ਤਾਂ ਧਰਮ ਦੇ ਚੌਗਿਰਦੇ ਵਿੱਚ ਜੇ ਰੱਬ ਲੈ ਕੇ ਆਉਂਦਾ ਹੈ ਯੋਗਦਾਨ ਸਭ ਦਾ ਹੀ ਹੁੰਦਾ ਹੈ। ਰੂਟਸ ਤੋਂ ਬਗੈਰ ਫਲਾਰ ਫਰੂਟ ਨਹੀਂ ਪਰ ਫਲਾਰ ਫਰੂਟ ਤੋਂ ਬਿਨਾਂ ਰੂਟਸ ਦਾ ਕੋਈ ਮੁੱਲ ਨਹੀਂ। ਇਸ ਲਈ ਜ਼ਿੰਦਗੀ ਦਾ ਫਲ ਮੁਨਾਫਾ ਚੰਗਿਆਈ ਹੈ ਔਰ ਜ਼ਿੰਦਗੀ ਦੀ ਔਸ਼ਧੀ ਦਵਾਈ ਖੁਸ਼ੀ ਹੈ। ਜਿਹਨੂੰ ਖੁਸ਼ ਰਹਿਣਾ ਆ ਗਿਆ ਉਹ ਜ਼ਿੰਦਗੀ ਵਿੱਚ ਕਦੇ ਵੀ ਮੁਸੀਬਤਾਂ ਤੋਂ ਘਬਰਾਉਂਦਾ ਨਹੀਂ ਸਗੋਂ ਦਰਪੇਸ਼ ਮੁਸੀਬਤਾਂ ਦੇ ਵਿੱਚ ਬਸ ਆਪਣੀ ਕੰਡੀਸ਼ਨਿੰਗ ਕਰਕੇ ਰੱਖਦਾ ਹੈ ਕਿ ਖੁਸ਼ ਕਿਵੇਂ ਰਿਹਾ ਜਾਏ ਜ਼ਿੰਦਗੀ ਨੂੰ ਸੁੱਖ ਨਾਲ ਕਿਵੇਂ ਬਤੀਤ ਕੀਤਾ ਜਾਏ। ਇਸ ਲਈ ਕੁਦਰਤ ਬਹੁਤ ਵਾਰ ਇਹ ਰੰਗ ਵਿਖਾਉਣ ਲਈ ਅਸੀਂ ਸੋਚਦੇ ਹੁੰਦੇ ਹਾਂ ਕਿ ਸ਼ਾਇਦ
ਪੁੱਤਰ ਮੈਨੂੰ ਸੰਭਾਲਣਗੇ, ਪਰ ਇਹ ਰੱਬ ਦੱਸਦਾ ਤੈਨੂੰ ਕੌਣ ਸੰਭਾਲੇਗਾ। ਤਾਂ ਇਹ ਜੋ ਕੁਦਰਤ ਦੀਆਂ ਅਦਾਵਾਂ ਨੇ, ਜਿਨ੍ਹਾਂ ਅਦਾਵਾਂ ਵਿੱਚ ਵੀ ਹਰ ਇਨਸਾਨ ਅਦਾਵਾਂ ਸ਼ੁਰੂ ਕਰਦਾ ਹੈ। ਬਚਪਨ 'ਚ ਅਦਾਵਾਂ ਸਭ ਨੂੰ ਚੰਗੀਆਂ ਲੱਗਦੀਆਂ ਨੇ, ਕਹਿੰਦੇ ਬੱਚੇ ਰੱਬ ਦਾ ਰੂਪ ਹੁੰਦੇ ਨੇ। ਜਵਾਨੀ ਦੀਆਂ ਅਦਾਵਾਂ 'ਚ ਸਵਾਰਥ ਆ ਜਾਂਦਾ ਹੈ, ਵਾਸ਼ਨਾਵਾਂ ਆ ਜਾਂਦੀਆਂ ਨੇ, ਤਾਂ ਕ੍ਰਿਟੀਕੈਲਿਟੀ ਖੜੀ ਹੋ ਜਾਂਦੀ ਹੈ। ਕ੍ਰਿਟੀਕਲ ਸਿਸਟਮ ਕੁਝ ਲਈ ਚੰਗਾ ਲੱਗਦਾ ਹੈ, ਕੁਝ ਲਈ ਚੰਗਾ ਨਹੀਂ ਲੱਗਦਾ। ਬੁਢੇਪਾ ਅਹਿਸਾਸ ਕਰਵਾ ਦਿੰਦਾ ਹੈ। ਉਪਜਾਊ ਸ਼ਕਤੀ ਲੋੜਾਂ ਨੂੰ ਪੂਰਤੀ ਕਰਨ ਦਾ ਸਾਧਨ ਬਣ ਜਾਂਦੀ ਹੈ। ਜੇ ਪੁੱਤਰ ਨਾ ਸੰਭਾਲਣ, ਧੀ ਸੰਭਾਲ ਲੈਂਦੀ ਹੈ, ਧੀ ਨਾ ਸੰਭਾਲੇ ਕੋਈ ਹੋਰ ਸੰਭਾਲ ਲੈਂਦਾ ਹੈ। ਗੱਲ ਕੀ, ਮਿੱਟੀ ਤੋਂ ਪੈਦਾ ਹੋਏ ਹਾਂ, ਮਿੱਟੀ ਹੀ ਅਖੀਰ ਨੂੰ ਆਪਣਾ ਆਪ ਕਿਉਂਟ ਲੈਂਦੀ ਹੈ, ਸਾਧਨ ਕੋਈ ਬਣਾ ਲੈ। ਤਾਂ ਇਹ ਸਾਧਨ ਦੀ ਜਿਹੜੀ ਵਿਵਸਥਾ ਹੈ, ਗੁਰੂ ਸਾਹਿਬ ਜੀ ਨੂੰ ਪੂਰਵ ਜਨਮ ਕੇ ਮਿਲੇ ਸਜੋਗੀ, ਅੰਤ ਹੈ ਕੋ ਨਾ ਸਹਾਈ। ਬਸ ਜੈਸਾ ਜੈਸਾ ਸਾਡਾ ਕਿਸੇ ਨਾਲ ਲੈਣ ਦੇਣ ਦਾ ਸੰਬੰਧ ਪ੍ਰਬੰਧ ਹੈ, ਉਸੇ ਤਰ੍ਹਾਂ ਨਾਲ ਅਸੀਂ ਜੀਵਨ ਬਸਰ ਕਰਦੇ ਹਾਂ। ਔਰ ਸਾਡੇ ਗੁਰੂ ਸਾਹਿਬਾਨ ਜੀ ਨੇ ਜਦੋਂ ਵੀ ਕੋਈ ਪ੍ਰਾਣਾਧਾਰੀ ਜੀਵਨ ਜਾਂਦਾ ਹੈ, ਤਾਂ ਉਹਦੀ ਅੰਤਮ ਅਰਦਾਸ ਰੂਪ ਵਿੱਚ ਗੁਰੂ ਸਾਹਿਬ ਜੀ ਨੂੰ ਯਾਦ ਕਰਦੇ ਹਾਂ। ਮਨਾਂ ਨੂੰ ਇੰਨਾ ਇਕਾਗਰ ਕਰ ਲੈਣਾ ਕਿ ਇਹ ਕਉ ਰਚਨ ਰਚਿਆ ਕਰਤਾ, ਬਸ ਇਹਦੇ 'ਚ ਖੁਸ਼ ਰਹਿਣਾ, ਸਹਿਜ ਵਿੱਚ ਰਹਿਣਾ। ਉਹਦੇ ਲਈ ਸਾਧਨ ਦਿੱਤਾ, ਜਨਮ ਮਰਨ ਪਰਵਾਨ ਹਰ ਗੁਣ ਗਾਇਕ। ਤੇਰਾ ਮਰਨ ਵੀ ਪ੍ਰਵਾਨ ਨਹੀਂ ਹੋਏਗਾ, ਜਨਮ ਵੀ ਪ੍ਰਵਾਨ ਨਹੀਂ ਹੋਏਗਾ, ਜਦੋਂ ਤੂੰ ਰੱਬ ਦੇ ਤੂੰ ਦੇ ਗੁਣ ਗਾਇਨ ਕਰਦਾ ਰਹੇਗਾ। ਤਾਂ ਰੱਬ ਦੇ ਗੁਣ ਗਾਇਨ ਰੂਪ ਹੁਣੇ ਹੀ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋਈ ਹੈ। ਲਗਭਗ 12 ਵਜੇ ਤੱਕ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਜੀ ਪਹੁੰਚ ਜਾਣਗੇ। ਉਹਨਾਂ ਚਿਰ ਤੱਕ ਵਿਚਾਰਾਂ ਦੀ ਸਾਂਝ ਪਾ ਸਕਾਂ। ਅਦਬ ਸਤ ਫਤਿਹ ਬੁਲਾਵਾ ਕੁਝ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਰੀਰ ਨੂੰ ਰੱਬ ਨੇ ਬੋਲਣ ਲਈ ਜ਼ੁਬਾਨ ਦਿੱਤੀ ਹੈ, ਸ਼ਬਦ ਹੀ ਸੁਣਨ ਲਈ ਕੰਨ ਵੀ ਚਾਹੀਦੇ ਹਨ। ਇਸੇ ਲਈ ਜਦੋਂ ਕੋਈ ਸਰੀਰ ਸਾਡੇ ਵਿੱਚੋਂ ਚਲੇ ਜਾਂਦਾ ਹੈ, ਤਾਂ ਇੱਕ ਸੁਣਨ ਵਾਲੇ ਕੰਨ ਘੱਟ ਜਾਂਦੇ ਹਨ। ਇੱਕ ਜੀਅ ਪਰਿਵਾਰ ਵਿੱਚੋਂ ਚਲੇ ਜਾਏ, ਭਲੇ ਕਿੱਡੇ ਦੂਰ ਦਾ ਹੋਵੇ, ਨੇੜੇ ਦਾ ਹੋਵੇ, ਉਹਦਾ ਅਹਿਸਾਸ ਮਹਿਸੂਸ ਹੁੰਦਾ ਰਹਿੰਦਾ ਹੈ ਕਿ ਇਹ ਕਿਉਂ ਚਲੇ ਗਿਆ। ਜਦੋਂ ਕਿ ਪਤਾ ਹੈ ਮੌਤ ਅਟਲ ਸੱਚਾਈ ਹੈ। ਬਹੁਤ ਵਾਰ ਤੁਸੀਂ ਵੇਖੋਗੇ ਕਿ ਕਿਸੇ ਨਾਲ ਸਾਡਾ ਦੂਰ ਨੇੜੇ ਦਾ ਵੀ ਸੰਬੰਧ ਨਹੀਂ ਹੁੰਦਾ, ਪਰ ਸ਼ਬਦ ਕਰਕੇ ਅਸੀਂ ਇਹੋ ਜਿਹੇ ਜੁੜ ਜਾਂਦੇ ਹਾਂ ਇੱਕ ਦੂਜੇ ਨਾਲ ਕਿ ਇੱਕ ਦੂਜੇ ਤੋਂ ਜਾਨਵਰਾਂ ਤੱਕ ਚਲੇ ਜਾਂਦੇ ਹੈ, ਉਹ ਵੀ ਮੌਤ ਹੈ। ਤਾਂ ਇਮੋਸ਼ਨ ਜਿਹੜਾ ਹੈ, ਇਹ ਸਰੀਰ ਤੋਂ ਸਰੀਰ ਤੱਕ ਪੈਦਾ ਹੁੰਦਾ ਹੈ। ਔਰ ਇਹ ਸਰੀਰ ਤੋਂ ਸਰੀਰ ਤੱਕ ਜਦੋਂ ਪੈਦਾ ਹੁੰਦਾ ਹੈ, ਬਚਪਨ 'ਚ ਇਹ ਕੁਦਰਤ ਹੁੰਦਾ ਹੈ, ਜਵਾਨੀ 'ਚ ਇਹ ਵਾਸ਼ਨਾ ਤੋਂ ਸੁਹਾਗ ਹੁੰਦਾ ਹੈ, ਬਜ਼ੁਰਗੀ ਵਿੱਚ ਇਹ ਯੋਜਨਾ ਜਾਂ ਪ੍ਰਬੰਧਨ ਹੁੰਦਾ ਹੈ। ਜੇ ਤੇ ਬਚਪਨ ਨੂੰ ਇਹਨੂੰ ਕੁਦਰਤ ਨੂੰ ਸਮਝ ਲਿਆ ਤਾਂ ਜਵਾਨੀ ਦਾ ਸਵਾਦ ਕੁਰਬਾਨੀ ਬਣ ਜਾਂਦਾ ਹੈ। ਜਿਹਨੂੰ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਨੇ
कि जननी जनै ता भगत जन, कै दाता कै सूर, नाहे ता जननी बांझ रहे, काहे गवावे तू। तो वो जिहड़ा स्वाद है, वासना है, उसकी सोहज की गल की है, क्योंकि एक कुदरत है। जीवन साडा इसे रस्ते होना, जीवन की तंद ने इसे रस्ते ही चलना है। नाल नाल जो जन्म है सो जन्म होगा। अगर यदि योग ढंग नाल सुहजता नूं ना सांभिया तो ये अयोग्यता अज साडे संसार में साडे सामने है। माँ बच्चे को जन्म देती है, मैनू नहीं पता तुसीं किन्ने क तजर्बे करते हो, जन्म तो लैके 16 साल तक या 25 साल तक क्राइटेरिया रख के तुसीं अपने चुगिरदे नूं स्टडी करिए, फिर तुहानूं ऑब्जरवेशनस विचों समझ आएगी कि सिख की नींह गुरु साहिब ने शब्द ते क्यों रखी है कि जिथे शब्द गुरु है, शरीर नहीं, उत्थे सिख भी सुरत है, शरीर नहीं। पर दोनों पासे कंडीशनिंग शरीर नाल ने। शब्द गुरु प्रगट गुरां की देह गुरु ग्रंथ साहिब है, किसी वेले गुरु गोबिंद सिंह साहब सच्चा पातशाह से, किसी वेले गुरु नानक साहब से। तो वो जिहड़ी देह है, हुण उहदी इमेजिनेशन किद्दां करनी है। उस इमेजिनेशन के सामने कौन खड़ा है? सिख का शरीर खड़ा है। हुण जदों सिख का शरीर खड़ा है, इत्थे आके एक दुखांत बन जाता है कि वो गुरु ग्रंथ साहिब नूं समझे बोलदा है कि भाई जी नूं समझे बोलदा, वो गुरु ग्रंथ साहिब नूं समझे बोलदा है कि मां नूं समझे बोलदा, प्यो नूं समझे बोलदा। तो ये जिहड़ी अड़ाउणी है, जब पेंडुलम नूं जिहड़ा एक बार तां खिंच के छड्डना पेगा, फिर वो टू फ्रो करेगा, और फिर थोड़ा जिहा बैलेंस उसका जिहड़ा हैगा बिगड़ गया, तो वो जी ट्रॉपिकल टिप है वो थोड़ी जिनी भी खराब हो गई, पेंडुलम रुक जाएगा एज इट इज़। हर वक्त पेंडुलम नूं घुमाउण वास्ते सब तो पहले उसकी नोक का ख्याल रखना पैना कि वो इन्नी को शार्प हो, इन्नी को पूरी एज बनया हो कि जिहदे नाल वो घूमदा रहे, हिलदा रहे। तो जिन्नी समूथिंग होएगी उस ट्रायंगल के एज की, और जिन्ना को वो ट्रायंगल का उपरला बेस है वो हेठले पेंडुलम के अकॉर्डिंग होएगा, उन्नी सफिशेंट रहेगी। तो ये जिहड़ी सिक्ख्या है, जो असीं ऑबजर्व करते हैं तो माँ बाप तो पता लगता है कि किहो जे माँ बाप, किहो जे साधु, किहो जे गुरु जिन्हां दा ये चंडिया होया। तो ये जिहड़ी जिंदगी की चंडाई है, जिंदगी का हुनर है, ये जिहड़ी जिंदगी के अंदर गुरु नूं महसूस करने की संभावना है, तो उस संभावनावां नूं जदों गुरु साहिब जी के महसूस करने लिए असीं आते हाँ, हर वक्त सामभना पैना। उस सामभण दे विच जो असीं विद्या हासिल करते हैं कि गुरु ग्रंथ साहिब ग्रंथी साहब राही बोल रहे हैं, कि मां राही बोल रहे हैं, प्यो राही बोल रहे हैं, चाचा राही बोल रहे हैं, ताया राही बोल रहे हैं, की बोल रहे हैं। जिहड़े शब्द एक शरीर के कन्नां नूं सुनन नूं मिलदे ने, वो सिख दे कन्नां नूं सुनन वाले बन गए। इस उपरंत श्री अमृतसर साहिब दे हजूरी रागी भाई साहब भाई दविंदर सिंह जी दे कीर्तनी जथे ने वैरागमई कीर्तन करदियां माता जी नूं श्रद्धांजलि भेंट कीती। सज्जन मेरे रंग ले जस तेरे कीरा, सज्जन मेरे रंग ले जस तेरे कीरा, हम भी वंजा तो मणि रोवाची
रंगले जाय सुते जीरा तन जोग आर फुलड़ा ना की अड़े तन जोग आर फुलड़ा नाटी अड़े पपुल के रे पत तल तल तुम पपुल के रे पत तल 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 सज्जन मेरे रंगले जाय सुते जीरा सज्जन मेरे रंगले जाय सुते जीरा रंग मान ले प्यारिया जा जो बलना रंग मान ले प्यारिया जा जो बलना दिल थोड़े थके पुराना चोला
रंगले जैस ते कीरा सज्जन मेरे रंगले जैस ते कीरा नानक सुती जानवरती लगिया सारे नित न पइया रोए, नित न पइया होए, नित न पइया रोए, नित न पइया होए, नित न पइया होए। सज्जन मेरे रंगले जैस ते कीरा सज्जन मेरे रंगले जैस ते चीरा नानक सुती पइए जानवरती नानक सुती पइए जानवरती गुणा गवाई गंठड़ी आकड़ चली बंद गुणा गवाई गंठड़ी आकड़ चली
ਚੱਲੀ ਬੰਨ ਆਵਗਣ ਚੱਲੀ ਬੰਨ ਆਵਗਣ ਚੱਲੀ ਬੰਨ ਆਵਗਣ ਚੱਲੀ ਆਵਗਣ ਚੱਲੀ ਬੰਨ ਸੱਜਣ ਮੇਰੇ ਰੰਗਲੇ ਜਾਇ ਸੁਤੇ ਜੀਰਾਨ ਸੱਜਣ ਮੇਰੇ ਰੰਗਲੇ ਜਾਇ ਸੁਤੇ ਸੱਜਣ ਮੇਰੇ ਰੰਗਲੇ ਜਾਇ ਸੁਤੇ ਜੀਰਾਨ ਸੱਜਣ ਮੇਰੇ ਰੰਗਲੇ ਜਾਇ ਸੁਤੇ ਜੀਰਾਨ ਜਾਇ ਸੁਤੇ ਜੀਰਾਨ ਜਾਇ ਸੁਤੇ ਇਸ ਮੌਕੇ ਤੇ ਸਮੂਹ ਸੰਗਤਾਂ ਵੱਲੋਂ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਸਾਹਿਬ ਸਰਵਣ ਕੀਤਾ ਗਿਆ। ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਹੋਟ ਨਿਆਸਰਿਆਂ ਦੇ ਆਸਰਾ ਸਤਿਗੁਰੂ ਧੰਨ 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 ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਦਾਤਾਰ ਪਿਤਾ ਜੀਓ ਆਪ ਜੀ ਦੇ ਪਾਵਨ ਹੁਕਮ ਅਨੁਸਾਰ ਸਰਬ ਸਰਬ ਸਦਾ ਸਦਾ ਏਵੈ ਗਈ ਵਿਹਾਏ ਨਾਨਕ ਕਿਸਨੋ ਆਖੀਐ ਵਿਣ ਪੁੱਛਿਆ ਹੀ ਲੈ ਜਾਏ ਜਿਹਾ ਚੀਰੀ ਵਿਖਿਆ ਜਿਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਪਾਵਨ ਹੁਕਮ ਅਨੁਸਾਰ ਆਪ ਜੀ ਦੇ ਦਰ ਘਰ ਦੇ ਪ੍ਰੀਤਮਾਨ ਸਤਿਕਾਰਯੋਗ ਮਾਤਾ ਸੁਰਿੰਦਰ ਕੌਰ ਜੀ ਆਪ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਸਵਾਸਾਂ ਰੂਪੀ ਪੂੰਜੀ ਨੂੰ ਭੋਗਦੇ ਹੋਏ ਪਿਛਲੇ ਦਿਨੀ ਲੋਕ ਤੋਂ ਪਰਲੋਕ ਗਮਨ ਕਰ ਗਏ ਸਨ ਦਾਤਾਰ ਪਿਤਾ ਜੀਓ ਵਿਛੜੀ ਹੋਈ ਰੂਹ ਦੀ ਕਲਿਆਣ ਵਾਸਤੇ ਸਾਰੇ ਹੀ ਬਾਗ ਪਰਿਵਾਰ ਵੱਲੋਂ ਪਰਸੋਂ ਦੇ ਰੋਜ਼ ਤੋਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ ਦਾਤਾਰ ਪਿਤਾ ਜੀਓ ਆਪ ਜੀ ਦੀ ਪਾਵਨ ਕਿਰਪਾ ਰਹਿਮਤ ਹੋਈ ਪਾਵਨ ਗੁਰਬਾਣੀ ਦੀ ਸੰਪੂਰਨਤਾ ਹੋਈ ਜੀ ਉਪਰੰਤ ਆਪ ਜੀ ਦੇ ਹਜ਼ੂਰ ਹਰ ਜਸ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਦਾਤਾਰ ਪਿਤਾ ਜੀਓ ਪਾਵਨ ਗੁਰਬਾਣੀ ਦਾ ਜਾਪ ਕਰਦਿਆਂ ਵਿਚਾਰਾਂ ਕਰਦਿਆਂ ਹਰ ਜਸ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਿਓ ਜੀ ਅਗਾਹ ਤੋਂ ਸਮਰਥ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਭਾਵ ਵਿਛੜੀ ਹੋਈ ਰੂਹ ਨੂੰ ਬਖਸ਼ਿਸ਼ ਕਰਨਾ ਆਪਣੇ ਚਰਨਾਂ ਕਮਲਾਂ ਵਿਖੇ ਨਿਵਾਸ ਬਖਸ਼ਿਸ਼ ਕਰਨਾ ਪਰਿਵਾਰ ਅਤੇ ਸੰਗੇ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਜੀ ਆਉਣ ਵਾਲੇ ਸਮੇਂ ਵਿੱਚ ਪਰਿਵਾਰ ਵਿੱਚ ਸੁਖ ਸ਼ਾਂਤੀ ਬਖਸ਼ਿਸ਼ ਕਰਨੀ ਸੁਹਾਵਣੇ ਸਮੇਂ ਬਖਸ਼ਿਸ਼ ਕਰਕੇ ਨਿਵਾਜਣਾ ਦੇ ਰੋਗਤਾ ਨਾਮ ਦੀ ਦਾਤ ਗੁਰਮਤਿ ਦੀ ਦਾਤ ਅਤੇ ਆਪਣੇ ਦਰ ਘਰ ਦੀ ਵੱਧ ਤੋਂ ਵੱਧ ਸੇਵਾ ਕਰਨ ਦਾ ਬਲ ਉਤਮ ਦਿਸ਼ਾ ਬਖਸ਼ਿਸ਼ ਕਰਨਾ ਜੀ ਦਾਤਾਰ ਪਿਤਾ ਜੀਓ ਇਸ ਕਾਲ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਪਾਵਨ ਵਿਸ਼ਾਖਿਆਂ ਦੀ ਸੇਵਾ ਹੋਈ ਅੰਗੀਕਾਰ ਕਰਨੇ
लोक सुखिए पर लोक सुहेते करने की आपनी के हजूर पंचामृत कड़ा प्रसादी देग हाजिर है दर प्रवान होवे प्रवान होया शीत प्रसाद संगत विच वरताउण की आग्या बख्शिश करनी समुची सेवा निभाउंदियां होइयां भुलां दी खिमा करियो अगाह तो समर्थ बख्शिश करनी सर्वदाइयां संगतां दीयां हाजरियां दर प्रवान करनियां दिल फुल पेटावां प्रवान कदम सवास लिखे लोने जी कृपा रहमत करो पावन दरगाही हुक्म बख्शो निहाल करो जी हुक्मनामे ते चलन दी समर्थ बख्शो सही प्यारे मिल हो जिना मिलिया तेरा नाम चित आवे नानक नाम चढ़दी कला तेरे भाणे सबद दा भला। वाहिगुरू जी का खालसा वाहिगुरू जी की फतेह। कोई जन पवन इहा जग नीत जिस होए कृपाल सोई बिद बुझै ताकि निर्मल रीत रहाओ मात पिता बनता सुत बंधप इष्ट मीत अर भाई पूर्व जन्म के मिले संजोगी अंत को न सहाई मुकद माल कनक लाल हीरा मनोरंजन की माया आहा करत बिहानी अवध ताम संतोख न पाया हस्त रात अशव पवन तेज धनी कुमन चतुरंगा संग न चाल्यो इन मह कछुआ ऊठ सदायो नांगा हर के संत प्रीतम प्रभ के आगे हर हर गाइया नानक इहा सुख आगे मुख उजल संग संतन का पाइया हर के संत प्रीतम प्रभ के आगे हर हर गाइया नानक इहा सुख आगे मुख उजल संग संतन का पाइया। वाहिगुरू जी का खालसा वाहिगुरू जी की फतेह। ਮਾਤਾ ਸੁਰਿੰਦਰ ਕੌਰ ਹੁਣਾਂ ਦੇ ਸ਼ਰਧਾਂਜਲੀ ਸਮਾਗਮ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਮਾਸਟਰ ਮਨਜੀਤ ਸਿੰਘ, ਡਾਕਟਰ ਅਰਵਿੰਦਰ ਸਿੰਘ ਰੋਪਰਾ, ਹਲਕਾ ਵਿਧਾਇਕ ਸਰਦਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸਤੀਸ਼ ਰਿਹਾਨ ਨੇ ਮਾਤਾ ਜੀ ਨੂੰ ਯਾਦ ਕਰਦਿਆਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। राणा गाँव में को रहे रंग तुम फकीर वाली आपको अपनी कोई न बन रहती है क्या जाना क्यों बढ़ेंगे कैसा बनना हुई जेकर साहेब मनो न विषय तो सहला मरना जुगो जुग अटल चतर चवन तकत दे मालक दसां पातशाह के आत्मिक स्वरूप धन धन साहिब श्री गुरु ग्रंथ साहब जी महाराज जिहदी पावन हजूरी विच विराजमान गुरु प्यारी गुरु सवारी नगर निवासी इलाका निवासी साध संगत जीओ फतेह दी सांझ पाओ जी। वाहिगुरू जी का खालसा वाहिगुरू जी की फतेह। अज असीं बड़े शोकमय समय सरदारनी सिरदर कौर जी धर्म पत्नी स्वर्गवासी सरदार सोहन सिंह जी जो कि 17 तरीक को
परमात्मा वालों बख्शी श्वासा की पूंजी को ढोलते हुए गुरु चरणों च जा बैठे सन। उन्होंने अंतिम अरदास शामिल होने इतने जुड़ बैठे हाँ। बीबी सुरिंदर कौर जी जो कि गुरुद्वारा सिंह सभा के हैड ग्रंथी, भाई प्रभजीत सिंह जी भोलिया के मदर इन लॉ, बीबा इंद्रजीत कौर के माता जी जो कि इन्होंने कोल ही रहते सन, अचानक ढिले होने इस संसार में अलविदा कह गए। भाई साहब के इंद्रजीत कौर जी ने धुरकी बाणी आई तो सगली चिंत मिटाई, इलाही बाणी के जो बसों रोज तो अखंड पाठ का रब करवाए सन। परमात्मा की कृपा न संपूर्णता बख्शिश हुई है। उपरांत रामकली साधु के हुक्म अनुसार अंते सतगुर बोलिया, मैं पीछे कीर्तन करो निर्वाण जियो, केसो गोपाल पंडित सद्यो, हर हर कथा पढ़े पुराण जियो। भाई साहब जी ने गुर भाष्य अनुसार पहलो संत गुरमीत सिंह जी बहुत सत्कारयोग एक घंटे थे कथा तो बेचारा जीवन को मौत तक का जिंदगी का संकल्प दुनियावी दृष्टांत के बड़े विस्तार न समझाया। उपरंत धन धन रामदास गुर जिन सिरिया ने सवाया। सचखंड श्री हरिमंदिर साहब जी ये हजूरी कर दी। भाई जविंदर सिंह जी ने बहुत ही विरागमय कीर्तन करके संगतां नूं गुरु चरणों नाल जोड़िया। बीबी सुरिंदर कौर जी गुरु घर नाल जुड़े हुए थे। उन्होंने स्वर्गवासी पति मिट्टी में सर्विस करते थे। उन्होंने बड़ा संघर्षमय जीवन बताया, बच्चों की पालना पोषण की, आप हथी मेहनत करके पिछों बच्चों को पढ़ाया लिखाया, ब्याह की। पर अंतला समा कितने होना है, क्योंकि ये समा के स्थान जदों मनुख जन्म लेता उदों ही निश्चित हो जाता। जिहड़ा प्राणी आया है उन्हें जाना भी जरूर है। गुरबाणी में बहुत सारे ऐसे दृष्टांत हैं जिन्होंने सामने समझाया, जो आया सो चलसी सब कोई आई मानिए, मरण दिखाए मंडल में आई, जो सो बिरस है पर आज के काल नानक हर गुण गायने छाड़ सगल जंजा। उन्होंने लिव परमात्मा नाल जुड़ी हुई सी। संघर्षमय जीवन बतीत करदे अंतरा समा उन्होंने शाहकोट च लिखा गया सी। चलाना करने तो कुछ समय पहला भाई साहब इतों यात्रा लैके बहुत सारे जी गुरधामां की यात्रा करवानी भी बहुत बड़ा पुण्य मन्निया जाता है। माता जी भी इन्होंने हजूर साहब के होर बहुत सारे गुरु स्थानों की यात्रा करके आए। उन्होंने नहीं सी पता कि मेरा अंतरा समय नेड़े आ रहा है, परमात्मा को पता। उन्होंने अपने गुरधामां के दर्शन करवाने सी, अपने चरणों नाल जोड़ना सी। अंतला समा उन्होंने असीं कितना कह सकते हाँ कि प्रभु ने नाल जुड़िया हुआ सी। प्रलोचन भगत जी बड़ा ही बढ़िया दृष्टांत दिंदे हैं। अंत काल नारायण सिमरै, ऐसी चिंता बहजे मरे, बदत प्रलोचन ते नर मुक्ता पीतांबर पापैत। प्रभु आप हृदय फसदा उन्हें मुक्ति मिलती है। ठीक है, माता जी का इन्होंने जाना बहुत बड़ा विछोड़ा, पर एक हौसला है
कि प्रभु ने उन्होंने अंतिम समय आप इस धामां की यात्रा कराई। ढिलमत जरूर होंगी है हर बंदे नूं थोड़ी बहुती, पर फिर भी वाहिगुरू का शुक्र है कि उन्होंने ठीक थोड़ी बहुती ढिलमत हुई है। इन्होंने भी भाई साहब ने भावें असीं कह देंगे हैं कि वो सस का दर्जा सी, पर इन्होंने अपनी माता वागू ही उन्होंने सेवा की। इलाज लिए जलंधर गए, जिदा जिदा डॉक्टर साहब ने रैफर किया गए। माता का दर्जा बहुत सारे कवियों ने, किसी ने उन्होंने कलछावां बूटा किया, किसी ने धरती पे स्वर्ग किया, बड़े बड़े विशेषणों अलंकारों उन्होंने महानता दर्शाई है। पर सब तो वड्डी महानता गुरबाणी में दर्ज है। गुरदेव माता गुरदेव, सब तो पहला गुरु कौन है? माता। इन्होंने उस माता की बीबा इंद्रजीत कौर ने, भाई साहब जी ने बहुत सेवा की है। जरूर वाहिगुरू इन्होंने तलाश देगा। गुरबाणी के लोगों को कीर्तन करके तलाश देते हैं, गुरबाणी पढ़ के तलाश देते हैं। वाहिगुरू इन्होंने परीक्षा ले रहा, जरूर वो उस परीक्षा विचों ये पास होंगे। जिदा आप अज सारे ने यह अरदास करनी है, कहे कबीर सुनो रे संतो, खेल ही करो निबेरा, अब की बार बख्श बंदे को बहुत न पहुंचा। संभल साहा लिखिया, मिलकर पाओ तेल, देहो सजन सीसड़ियां, जो हो गए सहज सुने। वाहिगुरू उन्होंने अपने चरणों में निवास बख्शे। पिछों परिवार को, बच्चों, रिश्तेदारों, सज्जनों मित्रों, स्नेहियों, जिन्हें भी साढ़े को इतने पहुंचे सारे परमात्मा जो भाड़ा मनने का बल बख्शे। इन्होंने कहता है मैं खिमा का जा चुका हूँ, कुछ बुलारे साढ़े को हाजिर है। उन्होंने सब तो पहला मैं साढ़े शाहपुर की बहुत प्रसिद्ध हस्ती साबका कौंसलर गुरुद्वारे नाल सेवा भावना को जुड़े हुए डॉक्टर अरविंदर सिंह जी रुद्रा, जो कि परिवार नाल काफ़ी नेड़ता भी उन्होंने माता जी के जीवन बारे भी चलना पाओगे तो माता जी को श्रद्धा के फल भेंट करेंगे। डॉक्टर अरविंदर सिंह। माता सुरेंद्र कौर जी जो कि पिछले दिन प्रार्थना कर गए सन, उन्होंने चरणों में श्रद्धा के फल भेंट करना है। परिवार वालों जो दास को पता लगा माता जी ढिले तो ब्लड प्रेशर देखा, उन्होंने हालात ग्रंथी साहब कहते कि आप इतने इलाज कर लिए, पर मेरा मन नहीं मनिया, इन्हें रैफर किया। उतों जलंधरों ठीक बिल्कुल सारे यूनिवर्सिटी क्रॉसिंग कराने तो बाद जो इतने गए बिल्कुल ठीक ठाक से चंगे डॉक्टर चैकअप कराया। तो अखीरला समा जिस तरह निश्चित सी वो इतने घर आके पूरे हो गए। परिवार के लुधियाना परिवार वालों ये बेनती आई कि संस्कार लुधियाने करना, पर संगत के नाल भाई साहब प्रभजीत सिंह घोलिया जी का हेड ग्रंथी, उन्होंने संगत के नाल प्यार ही इन्ना वा। सारी संगत ने बेनती की कि उन्होंने संस्कार तो सारे अंतम कराया, सारी शाहपुरी करनी है। मैं अजिहे परिवार लुधियाने वाला परिवार तो शाहपुर वाले परिवार सिर झुकाना, तो इन्होंने एक मिनट नहीं लाया, वो बेनती संगत को प्रवान किया। अजिहे संस्कार ग्रंथी साहब जो कि सुचेती गुरुद्वारा कमेटी के सहयोग के नाल सेवा निभा रहे हैं, यदि प्रेरणा उन्होंने अपनी माता अमरजीत कौर तो सुरेंद्र कौर जी को प्रेरणा हुई। उन्होंने जो कि सेवा निभा रहे हैं, दास भी जो अमृत वेले सेवा करता, तो ये भी सब ग्रंथी साहब की कृपा प्रेरणा नाल ही संगत को गुरु घर नाल जुड़िया तो भी सेवा निभा रहे हैं। अजिहे संस्कार चंगे माता पिता तो चंगे परिवारों वालों ही मिलते हैं। खुशकिस्मती है शाहपुर की संगत को कहे हेड ग्रंथी सानू मिले जो सेवा निभा रहे हैं। मैं अखीर में माता जी के संस्कार सुरवा सुनते उन्होंने शब्द के फल भेंट करता तो परमात्मा अगे अरदास करता तो सारे परिवार को तो संगत को अपने बल बख्शे। वाहिगुरू जी का खालसा। साढ़े
ਹਲਕੇ ਦੇ ਐਮਐਲਏ ਸਤਿਕਾਰਯੋਗ ਸਰਦਾਰ ਹਰਦੇਵ ਸਿੰਘ ਜੀ ਲਾਡੀ ਸ਼ੇਰੂਵਾਲੀਆ, ਜਿਨ੍ਹਾਂ ਨੇ ਕਿ ਪਰਿਵਾਰ ਨੂੰ ਸਭ ਦਾ ਧੰਨਵਾਦ ਕਰਨਾ ਸੀ। ਉਹਨਾਂ ਨੂੰ ਹੋਰ ਬਹੁਤ ਸਾਰੇ ਰੁਝੇਵੇਂ ਹੈ, ਉਹਨਾਂ ਨੇ ਵੀ ਜਾਣਾ ਹੈ, ਜਿਸ ਕਰਕੇ ਉਹਨਾਂ ਨੂੰ ਮੈਂ ਪਹਿਲਾਂ ਬੁਲਾ ਲੈਣਾ। ਮੇਰੇ ਵੱਲੋਂ ਬੇਨਤੀ ਹੈ ਸਰਦਾਰ ਹਰਦੇਵ ਸਿੰਘ ਜੀ ਲਾਡੀ ਸ਼ੇਰੂਵਾਲੀਆ ਉਹ ਸਟੇਜ ਤੇ ਆਉਣ ਤੇ ਮਾਤਾ ਜੀ ਨੂੰ ਆਪਣੇ ਸ਼ਬਦਾਂ ਦੇ ਫੁੱਲ ਭੇਟ ਕਰਨ। ਫਤਿਹ ਸਾਂਝੀ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਆ ਤੇਰੇ ਲਿਖਿਆ ਤੇ ਆ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸਦੇ ਉੱਠ ਜਾਏ ਤੇ ਮਹਾਮਾਤਮ ਸਾਰ। ਸਾਡੇ ਬਹੁਤ ਹੀ ਸਤਿਕਾਰਯੋਗ ਸਾਡੀ ਮਾਤਾ ਜੀ, ਮਾਤਾ ਸੁਰਿੰਦਰ ਕੌਰ ਜੀ, ਜਿਹੜੀ ਪਰਮਾਤਮਾ ਨੂੰ ਆਪੇ ਕੋ ਕੇ ਪਰਮਾਤਮਾ ਦੇ ਚਰਨਾਂ ਵਿੱਚ ਜਾ ਲੱਗੇ। ਮੈਂ ਸਮਝਦਾ ਜਦੋਂ ਬਜ਼ੁਰਗ ਪਰਿਵਾਰ ਤੋਂ ਜਾਂਦੇ ਆ ਤਾਂ ਪਰਿਵਾਰ ਨੂੰ ਬਹੁਤ ਵੱਡਾ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਜਿਹੜੀ ਗੱਲ ਪਰਿਵਾਰ ਨੇ ਸੋਚੀ ਨਾ ਹੋਵੇ, ਉਹ ਬੇਵਕਤ ਸਮੇਂ ਤੇ ਉਹ ਭਾਣਾ ਵਾਪਰ ਜੇ, ਇਸ ਤੋਂ ਵੱਡਾ ਕੋਈ ਦਿਖਾਂਤ ਨਹੀਂ ਵਾਪਰ ਸਕਦਾ। ਜਿਸ ਤਰ੍ਹਾਂ ਸਟੇਜ ਕਰਤਾ ਸਾਹਿਬ ਨੇ ਕਿਹਾ, ਥੋੜੇ ਦਿਨ ਪਹਿਲਾਂ ਗੁਰੂ ਧਾਮਾਂ ਦੀ ਯਾਤਰਾ ਕਰਕੇ ਸਾਰੀ ਸੰਗਤ ਇੱਥੋਂ ਸ਼ਾਹਕੋਟ ਆਉਣ, ਸਾਡੇ ਬਹੁਤ ਹੀ ਸਤਿਕਾਰਯੋਗ ਹੈੱਡ ਗ੍ਰੰਥੀ ਸਿੰਘ ਸਭਾ ਗੁਰਦੁਆਰਾ ਸ਼ਾਹਕੋਟ ਦੇ ਪ੍ਰਭਜੀਤ ਸਿੰਘ ਧੂਲੀਆ ਸਾਹਿਬ ਸਾਰੀ ਸੰਗਤ ਨੂੰ ਨਾਲ ਲੈ ਕੇ ਗੁਰੂ ਧਾਮਾਂ ਦੀ ਯਾਤਰਾ ਤੇ ਗਏ, ਜਿਨ੍ਹਾਂ ਦੇ ਵਿੱਚ ਮਾਤਾ ਜੀ ਵੀ ਉਸ ਸਫ਼ਰ ਦੇ ਵਿੱਚ ਨਾਲ ਔਰ ਹਰ ਜਗ੍ਹਾ ਤੇ ਜਾ ਕੇ ਦਰਸ਼ਨ ਕਰਕੇ ਆਏ। ਔਰ ਇਹ ਨਹੀਂ ਸੀ ਪਤਾ ਮਾਤਾ ਜੀ ਦੀ ਅੰਤਮ ਯਾਤਰਾ ਜਿਹੜੀਆਂ ਅਖੀਰਲੇ ਦਰਸ਼ਨ ਗੁਰੂ ਧਾਮਾਂ ਦੇ ਕਰ ਰਹੇ ਆ, ਇਹ ਪਰਮਾਤਮਾ ਨੂੰ ਕੋਈ ਮਨਜ਼ੂਰ ਸੀ। ਤੰਦਰੁਸਤ ਮੁੜੇ ਆ ਔਰ ਸਭ ਕੁਝ ਸੁਖੀ ਸੰਦੀ ਸਾਰੀ ਸੰਗਤ ਨੂੰ ਨਾਲ ਲੈ ਕੇ ਇੱਥੇ ਪਹੁੰਚੇ। ਪਰ ਥੋੜੇ ਦਿਨਾਂ ਬਾਅਦ ਸੰਖੇਪ ਦੀ ਬਿਮਾਰੀ ਦੇ ਦੌਰਾਨ ਮਾਤਾ ਜੀ ਸਾਨੂੰ ਸਾਰਿਆਂ ਨੂੰ ਆਪਾਂ ਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ। ਹੁਕਮ ਪਰਮਾਤਮਾ ਦਾ ਟਲ ਸੱਚਾਈ ਹੈ। ਜੋ ਵੀ ਪ੍ਰਾਣੀ ਇਸ ਸੰਸਾਰ ਵਿੱਚ ਆਇਆ ਉਹ ਪਰਮਾਤਮਾ ਦੇ ਹੁਕਮ ਨਾਲ ਆਇਆ, ਤਾਂ ਪਰਮਾਤਮਾ ਨੇ ਜਿੰਨੇ ਸਵਾਸ ਬਖਸ਼ਿਆ ਉਹਨੇ ਭੁੱਖ ਸਕਦੇ ਆ। ਸਮਾਂ ਸਥਾਨ ਨਿਸ਼ਚਿਤ ਹੈ, ਉਸ ਤੋਂ ਅੱਗੇ ਅਸੀਂ ਕੋਈ ਸਵਾਸ ਨਹੀਂ ਭੁੱਖ ਸਕਦੇ। ਪਰ ਮੈਂ ਤਾਂ ਪਹਿਲਾਂ ਸਟੇਜ ਸਕੱਤਰ ਸਾਹਿਬ ਨੇ, ਡਾਕਟਰ ਸਾਹਿਬ ਨੇ ਇਸ ਪਰਿਵਾਰ ਬਾਰੇ, ਮਾਤਾ ਜੀ ਬਾਰੇ ਜੋ ਦੱਸਿਆ ਗਿਆ, ਘੋੜੀਆ ਸਾਹਿਬ ਨੇ ਥੋੜੇ ਸਮੇਂ ਦੇ ਵਿੱਚ ਇੱਥੋਂ ਦੀ ਗੁਰੂ ਘਰ ਦੀ ਸੇਵਾ ਲੈ ਕੇ ਜੋ ਇਲਾਕੇ ਦੇ ਵਿੱਚ, ਜੋ ਸ਼ਹਿਰ ਦੇ ਵਿੱਚ ਇਹਨਾਂ ਨੇ ਸਾਰੀ ਸੰਗਤ ਨਾਲ ਪਿਆਰ ਬਣਾਇਆ, ਕੋਈ ਜੋ ਸਾਂਝ ਵਧਾਈ ਹੈ, ਮੈਂ ਸਮਝਦਾ ਇੱਕ ਬੇਮਿਸਾਲ ਉਦਾਹਰਨ ਹੈ। ਹਰ ਇੱਕ ਨਾਲ ਇਹਨਾਂ ਨੇ ਪਿਆਰ ਕੀਤਾ ਤਾਂ ਹਰ ਇੱਕ ਨੂੰ ਇਹਨਾਂ ਨੇ ਨਾਲ ਲੈ ਕੇ ਗੁਰੂ ਘਰ ਨੂੰ ਜੋੜਿਆ। ਤੇ ਮੈਂ ਸਮਝਦਾ ਕਿ ਕਰਮਾਂ ਵਾਲੇ ਜਿਨ੍ਹਾਂ ਨੂੰ ਇਹ ਮਾਤਾ ਜੀ, ਸਾਡੇ ਭੈਣ ਜੀ ਦਵਿੰਦਰ ਕੌਰ ਜੀ ਦੀ ਮਾਤਾ ਦੀ ਧਰਮ ਸੁਪਤਨੀ ਪ੍ਰਭਜੀਤ ਸਿੰਘ ਜੀ ਦੇ ਘੋੜੀਆ ਸਾਹਿਬ ਦੇ ਭੈਣ ਜੀ ਦਵਿੰਦਰਜੀਤ ਕੌਰ, ਔਰ ਉਹਨਾਂ ਦੀ ਜਿਹੜੀ ਪ੍ਰੇਰਨਾ ਸਦਕਾ, ਉਹਨਾਂ ਦੇ ਪਿਆਰ ਸਦਕਾ ਜਿਹੜਾ ਮਾਤਾ ਜੀ ਨੂੰ ਵੀ ਭੈਣ ਜੀ ਇੰਦਰਜੀਤ ਕੌਰ ਜੀ ਦੇ ਨਾਲ ਰਹਿਣ ਦਾ ਮੌਕਾ ਮਿਲਿਆ, ਤੇ ਘੋੜੀਆ ਸਾਹਿਬ ਨੂੰ ਉਹਨਾਂ ਦੀ ਸੇਵਾ ਦਾ ਮੌਕਾ ਮਿਲਿਆ, ਤੇ ਉਹਨਾਂ ਦੇ ਪਿਆਰ ਦੀ ਔਰ ਉਹਨਾਂ ਦੀਆਂ ਅਸੀਸਾਂ ਦਾ ਮੌਕਾ ਮਿਲਿਆ। ਮੈਂ ਸਮਝਦਾ ਇਹ ਬੜੀ ਵਡਭਾਗੇ ਆ ਘੋੜੀਆ ਸਾਹਿਬ, ਜਿਨ੍ਹਾਂ ਨੇ ਆਮ ਆਦਾਬ ਦਿੱਤੀ ਜਾਂਦੀ ਸਾਡੇ ਸਮਾਜ ਧੀ ਦੇ ਕੇ ਪੁੱਤ ਲਿਆ। ਉਹ ਮਿਸਾਲ ਹੈ ਕਿ ਇਸ ਪਰਿਵਾਰ ਦੇ ਵਿੱਚ ਢੁਕਦੀ ਆ। ਭੈਣ ਜੀ ਨੇ ਚਲੋ ਧੀਆਂ ਦਾ ਫਰਜ਼ ਬਣਦਾ ਆਪਣੇ ਮਾਪਿਆਂ ਦੀ ਸੇਵਾ ਕਰਨਾ, ਪਰ ਜਿਹੜੀ ਘੋੜੀਆ ਸਾਹਿਬ ਦੇ ਹਿੱਸੇ ਸੇਵਾ ਹੈ, ਮੈਂ ਸਮਝਦਾ ਉਸ ਤੋਂ ਵੀ ਵੱਡੀ ਗੱਲ ਆ। ਅੱਜ ਘੋੜੀਆ ਸਾਹਿਬ ਦੇ ਦੁੱਖ ਦੇ ਵਿੱਚ ਆਪਾਂ ਸਾਰੇ ਪਰਿਵਾਰ ਸ਼ਰੀਕ ਹੋਏ। ਇਹ ਸਿਆਣਿਆਂ ਨੇ ਕਿਹਾ, ਖੁਸ਼ੀ ਵੇਲੇ ਇਕੱਠੇ ਹੋਈਏ ਤਾਂ ਖੁਸ਼ੀ ਵੱਧਦੀ ਹੈ, ਦੁੱਖ ਵੇਲੇ ਇਕੱਠੇ ਹੋਈਏ ਤਾਂ ਦੁੱਖ ਘਟਦਾ। ਅੱਜ ਆਪਾਂ ਭੈਣ ਜੀ ਇੰਦਰਜੀਤ ਕੌਰ ਦੇ ਨਾਲ ਦੁੱਖ ਸਾਂਝਾ ਕਰ ਰਹੇ ਹਾਂ, ਘੋੜੀਆ ਸਾਹਿਬ ਨਾਲ ਦੁੱਖ ਸਾਂਝਾ ਕਰ ਰਹੇ ਹਾਂ। ਇਹ ਸੰਗਤ ਦੇ ਆਉਣ ਨਾਲ ਪਰਿਵਾਰ ਨੂੰ ਢਾਰਸ ਮਿਲਦੀ ਹੈ, ਹੌਸਲਾ ਮਿਲਦਾ, ਅਗਲਾ ਸਫ਼ਰ ਪਰਿਵਾਰ ਦਾ ਅੱਗੇ ਨੂੰ ਵੱਧਦਾ। ਅੱਜ ਭਾਈ
ਦਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਬਹੁਤ ਵਡਮੁੱਲੇ ਬਚਨਾਂ ਨਹੀਂ ਕੀਰਤਨ ਕਰ ਰਹੇ ਸੀ ਤੇ ਸਾਨੂੰ ਗੁਰੂ ਦੀਆਂ ਧਾਰਨਾ ਦੇ ਕੇ ਸਾਨੂੰ ਜ਼ਿੰਦਗੀ ਔਰ ਮੌਤ ਦੇ ਸਫ਼ਰ ਬਾਰੇ ਦੱਸ ਰਹੇ ਸੀ। ਔਰ ਮੈਨੂੰ ਜਲਦੀ ਵੀ ਸੀ ਜਾਣਾ ਸੀ, ਕਿਤੇ ਅੱਗੇ ਪ੍ਰੋਗਰਾਮ ਸੀ ਤਾਂ ਘੋੜੀਆ ਸਾਹਿਬ ਦਾ ਹੁਕਮ ਆਇਆ, ਪਰ ਭਾਈ ਸਾਹਿਬ ਜਦੋਂ ਕੀਰਤਨ ਸੁਣ ਰਹੇ ਸੀ ਤਾਂ ਮਨ ਉੱਧਰ ਜੁੜ ਗਿਆ, ਉੱਠਣ ਦਾ ਮਨ ਹੀ ਨਹੀਂ ਕਰ ਰਿਹਾ ਸੀ। ਮੈਂ ਘੋੜੀਆ ਸਾਹਿਬ ਨੂੰ ਬੇਨਤੀ ਕੀਤੀ, ਮੈਂ ਕਿਹਾ ਭਾਈ ਸਾਹਿਬ ਦਾ ਇੱਕ ਸ਼ਬਦ ਹੋਰ ਲਵਾ ਦਿਓ, ਸਾਨੂੰ ਭਾਵੇਂ ਬੋਲਣ ਨੂੰ ਰਹਿਣ ਦਿਓ, ਜੋ ਜਿਹੜੇ ਪਿਆਰ ਨਾਲ ਜੋ ਸਤਿਕਾਰ ਨਾਲ ਉਹ ਕੀਰਤਨ ਕਰ ਰਹੇ ਬਹੁਤ ਵਧੀਆ ਪਰਮਾਤਮਾ ਨਾਲ ਜੁੜਨ ਦਾ ਮੌਕਾ ਮਿਲ ਰਿਹਾ, ਜੁੜਨ ਦਾ ਮੌਕਾ ਮਿਲ ਰਿਹਾ। ਸੋ ਇਸ ਕਰਕੇ ਭਾਈ ਸਾਹਿਬ ਕਹਿਣ ਲੱਗੇ ਭਾਈ ਦਵਿੰਦਰ ਸਿੰਘ ਜੀ ਦਾ ਵੀ ਅੱਜ ਕੋਈ ਬੱਚੀ ਦਾ ਉਹਨਾਂ ਦੀ ਦਾ ਬੇਟੀ ਦਾ ਕੋਈ ਐਡਮਿਸ਼ਨ ਦਾ ਗੱਲ ਹੈ, ਉਹਨਾਂ ਨੇ ਵੀ ਛੇਤੀ ਜਾਣਾ। ਮੈਂ ਤਾਂ ਉਹਨਾਂ ਨੂੰ ਬੇਨਤੀ ਕੀਤੀ ਸੀ, ਮੈਨੂੰ ਨਾ ਹੀ ਨਹੀਂ ਕਰ ਪਾਈ, ਉਹ ਆਪ ਉਹ ਮੈਂ ਭਰੀ ਜ਼ਿੰਦਗੀ ਸੀ ਆ। ਸੋ ਇਹੋ ਜਿਹੇ ਜਦੋਂ ਜੱਥੇ ਆਉਂਦੇ ਆ, ਮੈਂ ਸਮਝਦਾ ਉਹਨਾਂ ਨੂੰ ਵੱਧ ਟਾਈਮ ਦੇ ਕੇ ਉਹਨਾਂ ਨੂੰ ਸੁਣਨਾ ਚਾਹੀਦਾ, ਕਿਉਂਕਿ ਤਾਂ ਹੀ ਅਸੀਂ ਸਿੱਖੀ ਸਾਡੇ ਗੁਰੂ ਦੇ ਸਾਨੂੰ ਇਤਿਹਾਸ ਦਾ ਪਤਾ ਲੱਗੂ, ਅਸੀਂ ਸਿੱਖੀ ਨਾਲ ਜੁੜਾਂਗੇ। ਸੋ ਮੈਂ ਅਖੀਰ ਵਿੱਚ ਆਪਣੇ ਨੂੰ ਮੈਂ ਮਾਫੀ ਵੀ ਮੰਗਦਾ ਸੰਗਤ ਵੱਲੋਂ, ਕਿਉਂਕਿ ਅੱਗੇ ਟਾਈਮ ਦਿੰਦੇ ਹੋਏ ਆ ਤਾਂ ਪ੍ਰੋਗਰਾਮ ਮੇਰਾ 1 ਵਜੇ ਦਾ ਅੱਗੇ ਪਹੁੰਚਣ ਦਾ ਸੀ ਤੇ ਲੇਟ ਆ। ਸੋ ਜਦੋਂ ਕਿਤੇ ਅੱਗੇ ਨਹੀਂ ਦਿੱਤਾ ਹੋਵੇ ਤਾਂ ਬੜੇ ਮੁਸ਼ਕਲ ਹੁੰਦੀ ਹੈ ਜਦੋਂ ਸੰਗਤ ਉੱਥੇ ਵੀ ਇੰਤਜ਼ਾਰ ਕਰਦੀ ਹੋਵੇ। ਮੈਂ ਮਾਫੀ ਵੀ ਮੰਗਦਾ, ਮੈਂ ਛੁੱਟੀ ਲੈ ਲੈਣੀ ਹੈ ਸੰਗਤ ਕੋਲੋਂ, ਕਹਿੰਦੇ ਸੰਗਤ ਮਾਫ ਕਰ ਦਿੰਦੀ ਹੈ, ਗੁਰੂ ਦੇ ਦਰਬਾਰ ਤੇ ਖੜੇ ਆ। ਮੈਂ ਅਖੀਰ ਵਿੱਚ ਆਪਣੇ ਵੱਲੋਂ ਔਰ ਆਪਣੇ ਸ਼ੇਰ ਵਾਲੇ ਪਰਿਵਾਰ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਸੱਚੇ ਪਾਤਸ਼ਾਹ ਪਰਮਾਤਮਾ ਦੇ ਚਰਨਾਂ 'ਤੇ ਅਰਦਾਸ ਬੇਨਤੀ ਕਰਦਾ। ਸੱਚੇ ਪਾਤਸ਼ਾਹ ਪਰਮਾਤਮਾ ਸਾਡੇ ਮਾਤਾ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਓ, ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ। ਇੰਨੀ ਬੇਨਤੀ ਕਰਦਾ ਹੋਇਆ ਸਾਰੀ ਸੰਗਤ ਤੋਂ ਕਿ ਮਾਤਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦੀ ਹਾਂ ਜਥੇਦਾਰ ਸੁਰੱਖਣ ਸਿੰਘ ਜੀ, ਮਨਜੀਤ ਸਿੰਘ ਜੀ ਸੱਤਾ ਟਹਿਰਾ ਵਾਲੇ, ਪ੍ਰਿੰਸੀਪਲ ਸੁਖਪਾਲ ਸਿੰਘ ਜੀ ਨੰਦਰਾ, ਮਾਸਟਰ ਗੁਰਮੀਤ ਸਿੰਘ ਜੀ, ਲਹਿੰਬਰ ਸਿੰਘ ਪਹਿਲਵਾਨ, ਦਲਜੀਤ ਸਿੰਘ ਜੀ ਰੂਪਰਾ ਸਾਬਕਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸ਼ਾਹਕੋਟ, ਕਮਲਜੀਤ ਸਿੰਘ ਜੀ ਪਨੇਸਰ ਸਾਬਕਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸ਼ਾਹਕੋਟ, ਸਤਿਕਾਰਯੋਗ ਸਰਦਾਰ ਪਾਲ ਸਿੰਘ ਜੀ ਫਰਾਂਸ ਵਾਲੇ, ਸ਼੍ਰੀ ਜਗਦੀਸ਼ ਮਹਿਰਾ ਜੀ XMC, ਮੇਰੇ ਵੱਡੇ ਵੀਰ ਸਰਦਾਰ ਗੁਰਮੀਤ ਸਿੰਘ ਜੀ ਬਜਾਜ, ਸ਼੍ਰੀਮਤੀ ਪਰਮਜੀਤ ਕੌਰ ਬਜਾਜ ਮੀਤ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਸ਼੍ਰੀ ਜਸਵੰਤ ਲਾਲ ਜੀ ਪ੍ਰਧਾਨ ਧਰਮ ਛਤਰੀ ਸਭਾ ਸ਼ਾਹਕੋਟ, ਮਾਸਟਰ ਬਲਕਾਰ ਸਿੰਘ ਜੀ ਸਟੇਟ ਵਾਰਡੀ, ਸ਼੍ਰੀ ਸਤੀਸ਼ ਰਿਹਾਨ ਜੀ ਪ੍ਰਧਾਨ ਨਗਰ ਪੰਚਾਇਤ ਜੋ ਕਿ ਮੌਜੂਦਾ ਵੀ ਪ੍ਰਧਾਨ ਹਨ, ਮਾਸਟਰ ਕਰਤਾਰ ਸਿੰਘ ਜੀ ਸਚਦੇਵਾ ਨੈਸ਼ਨਲ ਵਾਰਡੀ, ਸਰਦਾਰ ਬਲਕਾਰ ਸਿੰਘ ਜੀ ਚੱਠਾ ਨੇਤਾ ਆਮ ਆਦਮੀ ਪਾਰਟੀ, ਸਰਦਾਰ ਨਿਸ਼ਾਨ ਸਿੰਘ ਜੀ ਤਲਵੰਡੀ ਵਾਲੇ, ਸਰਦਾਰ ਗੁਲਜ਼ਾਰ ਸਿੰਘ ਜੀ धिंद MC ਸਾਹਿਬ, ਜਥੇਦਾਰ ਚਰਨ ਸਿੰਘ ਜੀ ਸਿੰਧੜ ਸਰਕਲ, ਜਥੇਦਾਰ ਸ਼ਾਹਕੋਟ, ਸ਼੍ਰੀ ਕਮਲ ਕੁਮਾਰ ਨਾਥ ਜੀ MC के डायरेक्टर भी हैं, सरदार रतन सिंह जी काकड़ा वाले आम आदमी पार्टी के, श्री पवनपुरी जी साबका प्रधान नगर पंचायत शाहकोट, श्रीमती भजन कौर खैरा जी साबका मीत प्रधान नगर पंचायत शाहकोट, सरदार हरबंस सिंह जी जो कि मौजूदा प्रधान हैं गुरुद्वारा सिंह सभा के, वो ऑपरेशन हो करके अस्पताल दाखिल हैं, जिस करके वो पहुँच नहीं सके, पर उन्होंने अपना स्नेह बिठाया है, उन्होंने भी धन्यवाद है। कुछ संस्थावां वालों शोक मते आए हैं, बाबा रामदेव भवन शाहपुर के प्रधान श्री जसवंत लाल जस्सल जी, प्रेस क्लब शाहपुर के प्रधान सरदार जगपाल सिंह जी, रामगढ़ी एजुकेशन सोसाइटी वालों सरदार प्रलोक सिंह जी उपरा भी एक मैडम आशू जैन जी प्रिंसीपल भी धन्यवाद है, संजीव सोमती मंडल प्रेसिडेंट BJP शाहपुर, इन्हों का बहुत बहुत धन्यवाद। बस थोड़ा समा 1-2 बुलारे साढ़े कोल है, हुण मैं बेनती करांगा साढ़े यूथ अकाली दल के सीनियर मीत प्रधान सरदार चित्तर सिंह जी पहाड़ जो कि साढ़े साबका मंत्री स्वर्गवासी जथेदार भाड़ साहब जी के पुत्र हैं, मैं उन्होंने बेनती करांगा वो 2 मिनट लिए परिवार नाल दुख साझा कर शब्दां दे फुल भेट कर। पावन पवित्र हजूरी ਅੱਜ ਇਸ ਦੁੱਖ ਦੇ ਸਮੇਂ ਤੇ ਇਕੱਤਰ ਹੋਈ ਗੁਰੂ ਪਿਆਰੀ ਗੁਰੂ ਸਾਧ ਸੰਗਤ ਦੀ ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ
ਆਪਾਂ ਸਾਰੇ ਜਾਣੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਸੁਰਿੰਦਰ ਕੌਰ ਜੀ, ਜਿਹੜੇ ਸਾਡੇ ਹੈਡ ਗ੍ਰੰਥੀ ਸਿੰਘ ਸਭਾ ਗੁਰਦੁਆਰਾ ਸਾਹਿਬ ਸ਼ਾਹਕੋਟ ਸਰਦਾਰ ਪ੍ਰਭਜੀਤ ਸਿੰਘ ਜੀ ਘੋਲੀਆ ਸਾਹਿਬ ਨੇ, ਉਹਨਾਂ ਦੇ ਸੱਸ ਮਾਂ ਜੀ ਤੇ ਸਾਡੇ ਵੱਡੇ ਭੈਣ ਜੀ ਇੰਦਰਜੀਤ ਕੌਰ ਜੀ ਦੇ ਮਾਤਾ ਜੀ, ਅੱਜ ਉਹਨਾਂ ਦੀ ਆਪਾਂ ਅੰਤਿਮ ਅਰਦਾਸ ਵਿੱਚ ਸਾਰੇ ਜਾਣੇ ਹਾਜ਼ਰ ਹੋਏ। ਮੈਂ ਪਿਛਲੇ ਦਿਨੀ ਅਫਸੋਸ ਕਰਨ ਵੀ ਆਇਆ ਸਾਂ ਤੇ ਜਦੋਂ ਮੈਨੂੰ ਉਹਨਾਂ ਦੀ ਸ਼ਖਸੀਅਤ ਬਾਰੇ ਪਤਾ ਲੱਗਿਆ, ਜਦੋਂ ਮੈਨੂੰ ਉਹਨਾਂ ਦੇ ਬਾਰੇ ਪਤਾ ਲੱਗਿਆ, ਉਹਨਾਂ ਦੇ ਸੁਭਾਅ ਬਾਰੇ ਪਤਾ ਲੱਗਿਆ, ਤਾਂ ਮੈਂ ਇੱਕੋ ਹੀ ਗੱਲ ਆਖਾਂਗਾ, ਜਿਵੇਂ ਉਹ ਗੁਰੂ ਨਾਲ ਜੁੜੇ ਸੀ, ਗੁਰਮੁਖ ਜਨਮ ਸਵਾਰ ਦਰ ਕੇ ਚੱਲਿਆ, ਸੱਚੀ ਦਰ ਕੇ ਜਾਏ, ਸੱਚਾ ਪਿੰਡ ਬਣੇ। ਇਸ ਕਿਸਮ ਦੇ ਇਨਸਾਨ ਅੱਜ ਸਾਡੇ ਕੋਲ ਹਮੇਸ਼ਾ ਨਹੀਂ ਚਲੇ। ਬੜਾ ਅਫਸੋਸ, ਬੜਾ ਦੁੱਖ ਹੈ, ਕੋਈ ਵੀ ਇਨਸਾਨ ਚਾਹੇ ਵੱਡੀ ਉਮਰ 'ਚ ਜਾਵੇ ਚਾਹੇ ਛੋਟੀ ਉਮਰ 'ਚ ਜਾਵੇ, ਉਹਦਾ ਜਿਹੜਾ ਸਥਾਨ ਹੈ ਉਹ ਕੋਈ ਵੀ ਪਰਿਵਾਰ ਦਾ ਮੈਂਬਰ ਰਿਸ਼ਤੇਦਾਰ ਉਹ ਸਥਾਨ ਪਾ ਨਹੀਂ ਸਕਦਾ। ਉਹਦਾ ਜਿਹੜਾ ਘਾਟਾ ਉਹ ਉੱਦਾਂ ਹੀ ਘਾਟਾ ਰਹਿੰਦਾ। ਪਰ ਜੇ ਇੱਕ ਗੱਲ ਦਾ ਮੈਨੂੰ ਜ਼ਰੂਰ ਫਖਰ ਹੈ, ਸੁਰਗਵਾਸੀ ਸਰਦਾਰ ਸੋਹਣ ਸਿੰਘ ਜੀ ਜਿਹੜੇ ਕਿ ਆਰਮੀ ਵਿੱਚ ਸੀ, ਤੇ ਦੂਸਰੇ ਪਾਸੇ ਮੈਂ ਦੇਖਦਾ ਸਰਦਾਰ ਪ੍ਰਭਜੀਤ ਸਿੰਘ ਜੀ ਘੋਲੀਆ ਸਾਹਿਬ ਜਿਹੜੇ ਕਿ ਗੁਰੂ ਮਹਾਰਾਜ ਦੀ ਸੇਵਾ 'ਚ ਲੱਗੇ। ਬਹੁਤ ਹੀ ਘੱਟ ਇਹੋ ਜਿਹੇ ਪਰਿਵਾਰ ਹੁੰਦੇ ਨੇ ਜਿਹਨਾਂ ਨੂੰ ਗੁਰੂ ਮਹਾਰਾਜ ਦੇਸ਼ ਕੌਮ ਦੀ ਸੇਵਾ ਬਖਸ਼ਦੇ। ਇਹ ਅੱਜ ਸਾਡੇ ਵਾਸਤੇ ਬੜੀ ਫਖਰ ਵਾਲੀ ਗੱਲ ਹੈ। ਉਸ ਮਾਤਾ ਜੀ ਦੀ ਸਿੱਖਿਆ ਦੇ ਅਨੁਸਾਰ, ਉਹਨਾਂ ਦੇ ਸੁਭਾਅ ਦੇ ਅਨੁਸਾਰ ਮੈਂ ਸਮਝਦਾ ਕਿ ਸਰਦਾਰ ਪ੍ਰਭਜੀਤ ਸਿੰਘ ਜੀ ਘੋਲੀਆ ਸਾਹਿਬ ਅੱਜ ਆਪਣੀਆਂ ਡਿਊਟੀਆਂ ਜਿਹੜੀਆਂ ਇਹ ਨਿਭਾ ਰਹੇ ਨੇ ਗੁਰੂ ਮਹਾਰਾਜ ਦੇ ਕੋਲ। ਜਾਣਾ ਤਾਂ ਸਾਰਿਆਂ ਨੂੰ ਹੀ ਹੈ, ਮੈਂ ਬਹੁਤਾ ਲੰਬਾ ਨਾ ਜਾਵਾਂ। ਸ਼ੇਖ ਹਯਾਤ ਜੀ ਫਰਮਾਉਂਦੇ ਨੇ, ਸ਼ੇਖ ਹਯਾਤੀ ਜੱਗ ਨਾ ਕੋਈ ਥਲ ਰਿਹਾ, ਜਿਸ ਆਸਾ ਨੂੰ ਬੈਠੇ ਕਿਤੇ ਬੈਸ ਗਏ। ਜਾਣਾ ਤਾਂ ਸਾਰਿਆਂ ਨੇ ਚਲੇ ਜਾਣਾ, ਪਰ ਜੋ ਕੋਈ ਚੰਗਾ ਕੰਮ ਕਰਕੇ ਜਾਂਦਾ ਹੈ, ਆਪਣੇ ਪਰਿਵਾਰ ਨੂੰ ਚੰਗੇ ਪਾਸੇ ਲਾ ਕੇ ਜਾਂਦਾ ਹੈ, ਚੰਗੀਆਂ ਸਿੱਖਿਆਵਾਂ ਦੇ ਕੇ ਜਾਂਦਾ ਹੈ, ਉਹ ਵੀ ਇੱਕ ਮਾਂ ਦੇ ਰੂਪ ਵਿੱਚ ਮੈਂ ਸਮਝਦਾ ਉਹਦਾ ਦੇਣਾ ਆਪਾਂ ਨਹੀਂ ਦੇ ਸਕਦੇ। ਮਾਂ ਸ਼ਬਦ ਬੜਾ ਛੋਟਾ, ਪਰ ਜਿੰਨਾ ਮਰਜ਼ੀ ਕੁਛ ਮਾਂ ਦੇ ਪਰਖਾਏ ਆਪਾਂ ਬੋਲ ਲਈਏ, ਗ੍ਰੰਥ ਲਿਖ ਸਕਦੇ, ਕਿਤਾਬਾਂ ਲਿਖ ਸਕਦੇ ਹਾਂ, ਪਰ ਅਸਲ ਗੱਲ ਇਹ ਹੈ ਮਨ ਨਾ ਦਿਖਾਏ ਮਨ ਸਾਨੂੰ ਸਾਰਿਆਂ ਨੂੰ ਜਾਣਾ, ਚਾਹੇ ਉਹ ਮਾਂ ਹੈ, ਚਾਹੇ ਕੋਈ ਬਜ਼ੁਰਗ ਹੈ, ਚਾਹੇ ਕੋਈ ਜਵਾਨ ਹੈ। ਦੋ ਉਮਰਾਂ ਹੁੰਦੀਆਂ ਇਨਸਾਨ, ਇੱਕ ਦੁਨਿਆਵੀ ਉਮਰ ਹੁੰਦੀ ਹੈ, ਇੱਕ ਦਰਗਾਹੀ ਉਮਰ। ਜਦੋਂ ਕੋਈ ਇਨਸਾਨ ਛੋਟੀ ਉਮਰ ਤੇ ਚਲਾ ਜਾਂਦਾ ਤੇ ਆਪਾਂ ਕਹਿੰਦੇ ਮੈਂ ਵੀ ਬੜੀ ਛੋਟੀ ਉਮਰ ਸੀ, ਜਾਣਦਾ ਸਮਾਂ ਨਹੀਂ ਸੀ। ਨਹੀਂ, ਉਹਦੀ ਦਰਗਾਹੀ ਉਮਰ ਜਿਹੜੀ ਉਹ ਪੂਰੀ ਹੋ ਚੁੱਕੀ ਸੀ, ਉਹ ਦੁਨਿਆਵੀ ਉਮਰ ਆਪਾਂ ਨੂੰ ਲੱਗਦਾ ਛੋਟੀ ਸੀ। ਪਰ ਮੇਨ ਗੱਲ ਜਿਹੜੀ ਹੈ ਉਹ ਦਰਗਾਹੀ ਉਮਰ। ਜਦ ਆਪਾਂ ਸਾਰੇ ਜਾਣੇ ਗੁਰੂ ਮਹਾਰਾਜ ਦੇ ਹਾਜ਼ਰੀ 'ਚ ਇੱਥੇ ਆਏ ਹਾਂ, ਆਪਣੇ ਵੱਲੋਂ ਮੈਂ ਆਪਣੇ ਪਰਿਵਾਰ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਕਿ ਪਰਮਾਤਮਾ ਉਹ ਵਿਛੜ ਚੁੱਕੀ ਸਾਡੀ ਮਾਤਾ ਜੀ ਨੂੰ, ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸਤਾ ਨੂੰ ਬਖਸ਼ੇ, ਪਿੱਛੋਂ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਥ ਸੋਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਤੇ ਪਰਮਾਤਮਾ ਇਸ ਪਰਿਵਾਰ 'ਤੇ ਆਪਣਾ ਮਿਹਰ ਭਰਿਆ ਹੱਥ ਸਿਰ 'ਤੇ ਰੱਖੇ ਇਹਨਾਂ 'ਤੇ। ਇਹ ਆਪਣੇ ਮਾਤਾ ਜੀ ਦੇ ਦਿਖਾਏ ਹੋਏ ਤੇ ਦਰਸਾਏ ਹੋਏ ਮਾਰਗ 'ਤੇ ਸਾਰਾ ਪਰਿਵਾਰ ਚੱਲਦਾ ਰਹੇ। ਇੱਦਾਂ ਹੀ ਗੁਰੂ ਮਹਾਰਾਜ ਦਾ ਉਹ ਆਸਰਾ ਲੈ ਕੇ ਦੇਸ਼ ਕੌਮ ਦੀ ਸੇਵਾ ਜਿਹੜਾ ਪਰਿਵਾਰ ਕਰਦਾ ਰਹੇ। ਇੰਨੀਆਂ ਬੇਨਤੀ ਕੀਤਾ ਹੈ ਕਿ ਮਹਾਰਾਜ ਅੱਜ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਗੁਰਮੁਖ ਸਿੰਘ ਜੀ ਕੋਟਲਾ ਚੇਅਰਮੈਨ ਬਲਾਕ ਸੰਮਤੀ, ਪ੍ਰਵੀਨ ਗਲੋਵਰ ਜੀ ਜਿਹਨਾਂ ਨੂੰ ਬੋਬੀ ਗਲੋਵਰ ਜੀ ਦੇ ਨਾਮ ਨਾਲ ਵੀ ਕਿਹਾ ਜਾਂਦਾ ਹੈ, ਪ੍ਰੈਸ ਕਲੱਬ ਸ਼ਾਹਕੋਟ ਦੇ ਸਾਰੇ ਆਗੂ, ਜਥੇਦਾਰ ਚਿੱਤਰ ਸਿੰਘ ਜੀ ਪਹਾੜ, ਇਹਨਾਂ ਦਾ ਧੰਨਵਾਦ ਕਰ ਦਿੱਤਾ ਗਿਆ ਹੈ। ਸਿੰਦਰ ਬਾਈ ਜੀ ਬਾਜਵਾ ਕਲਾਂ, ਪੰਡਿਤ ਓਮਦੱਤ ਜੀ, ਸ਼੍ਰੀਮਤੀ ਜਰਨੈਲ ਕੌਰ ਜੀ MC, ਰਣਜੀਤ ਸਿੰਘ ਕਾਕੂ ਮੋਗਾ ਵਾਲੇ, ਸ਼੍ਰੀ ਗਗਨ ਚੰਦਰ ਜੀ, ਸ਼੍ਰੀ ਅਮਰਲਾਲ ਕਾਕਾ ਜੀ ਸੇਵਾਦਾਰ ਸੰਚਾਰ ਭਾਗ ਵਾਲੇ, ਸੋਨੂ ਪੀਏ ਜੀ ਜੋ ਕਿ MLA ਸਾਹਿਬ ਦੇ ਵੀ ਹਨ,
ਰੋਮੀ ਗਿੱਲ ਜੀ MC, ਤਰਲੋਕ ਸਿੰਘ ਗੁਪਤਾ ਪ੍ਰਧਾਨ ਕਾਂਗੜੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਜਸ਼ਪਾਲ ਗੁਪਤਾ, ਡਾਕਟਰ ਜਸਵੰਤ ਸਿੰਘ ਪਿਨਾਹਰ, ਸਰਦਾਰ ਵਿਕਰਮਜੀਤ ਸਿੰਘ ਜੀ ਬਜਾਜ ਹੈ ਤੇ ਪਿਆਰ ਨਾਲ ਹੈਪੀ ਬਜਾਜ ਵੀ ਕਹਿੰਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਇਲਾਵਾ ਵੀ ਸਰਦਾਰ ਜਰਨੈਲ ਸਿੰਘ ਜੀ, ਮਾਸਟਰ ਸਤਿੰਦਰ ਸਿੰਘ ਜੀ, ਸਰਦਾਰ ਅਜੀਤ ਸਿੰਘ ਜੀ ਦੀ ਜੀਤਾ, ਸਰਦਾਰ ਜਸਪਾਲ ਸਿੰਘ ਜੀ ਮੁਗਲਾਨੀ, ਹੋਰ ਸਰਦਾਰ ਸੁਖਪਾਲ ਸਿੰਘ ਜੀ, ਸੁਲਤਾਨ ਸਿੰਘ ਜੀ ਵਾਲੇ, ਹੋਰ ਬਹੁਤ ਸਾਰੇ ਸੱਜਣ, ਸਰਦਾਰ ਰਤਨ ਸਿੰਘ ਜੀ, ਸਰਦਾਰ ਜਗਜੀਤ ਸਿੰਘ ਜੀ ਵਸੀਰ, ਦਰਸ਼ਨ ਸਿੰਘ ਜੀ ਗਲਸੀ, ਨਿਰਮਲ ਸਿੰਘ ਜੀ ਸੁੱਖੀ, ਹੋਰ ਸਾਰੇ ਦੀਪਕ ਸਿੰਘ ਜੀ, ਜਿੰਨੇ ਵੀ ਮੇਰੇ ਵੀਰ ਜਿਹਨਾਂ ਦਾ ਮੈਂ ਨਾਮ ਨਹੀਂ ਲੈ ਸਕਿਆ ਉਹਨਾਂ ਨੂੰ ਖਿਮਾਦਾ ਕਰ ਸਕਦਾ। ਹੁਣ ਮੈਂ ਬੇਨਤੀ ਕਰਦਾ ਹਾਂ ਸਾਡੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸ੍ਰੀ ਸਤੀਸ਼ ਰਿਹਾਨ ਜੀ, ਜੋ ਪਰਿਵਾਰ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕਰਨਗੇ ਤੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਮੇਰੇ ਸਤਿਕਾਰਯੋਗ ਛੋਟੇ ਵੀਰ ਸ੍ਰੀ ਸਤੀਸ਼ ਰਿਹਾਨ ਜੀ, ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ। परम सत्कारयोग भैनों ते भरावों, और रसना पवित्र करते हुए फतेह साझी करिए। श्री वाहिगुरू जी का खालसा, वाहिगुरू जी की फतेह। मेरे तो पहलों प्रोफेसर मनजीत सिंह जी ने उस मां सुरिंदर कौर बारे शाहकोट के मुबारक चरण पैन को लगे अपनी जीवन यात्रा जी आखिरी समा तक उन्होंने बड़े विस्तार के नाल उस मां से चानन पाया। मां बारे मेरे को पहलों सारे ही बुलारियों ने बड़ी तफसील के नाल दसिया, क्योंकि मां एक ममता का मुजस्मा, जिंदगी में मां का रुतबा ही एडा जिहड़ा कि सब तो पहलों जो बच्चा जमदा जिन्ना चिकर वो रोंदा नहीं, जो रोंदा तो मां हसदी है। उस तो बाद सारी उम्र जो बच्चा कितने रोंदा तो कालजे से बड़ा ज्यादा मुंबड़ मचदा, क्योंकि मां का एक रुतबा ऐसा। किसी कवि ने लिखा भी है, एक एक मदरंग बजाने वाला इंसान जो मदरंग बजाता वो कोल एक बकरी का मेमना आके खड़ा हो जाता है। वो पूछने लगा कि तेनों संगीत का शौक आ? वो कहता नहीं, यदा चमड़ा मेरी मां की चमड़े का बनया हुआ ढोलक के मदरंग के, क्योंकि मैनू ये मोह आ, मैनू ये ममता आ। आज उसे ही मैं समझना माता सुरिंदर कौर जी जिहड़े कि प्रोफेसर मनजीत सिंह जी ने दसिया भी इन्हां दी मदर इन लॉ सी, पर मैं समझदा मां का प्यार ते घोलिया साहब का सत्कार एक मोतियां वर्गी माला सी। अज का कट, क्योंकि टाइम बहुत हो गया, रजीवी ज्यादा वा, अज का कट इस चीज का गवाह सी। उस मां की सेहत लैके घोलिया साहब ने अपने प्यार का फसाना किन्ने दूर दूर तक फैलाया हुआ। टाइम इजाजत नहीं दिता, जिन्हें भी सज्जन मित्र इतने बैठे आ जा के चले गए, इस परिवार के दुख के शरीक हो के इस दुख को घटाने के इस जगह आए आ घोलिया साहब के नाम हमदर्दी करने मैं उन्होंने सारिਆਂ ਦਾ अपने वालों घोलिया साहब वालों सारे परिवार वालों एक एक कदम सिर मध्य परिवार वालों हाथ जोड़ के बेनती आ कि देख का प्रसाद वंडिया जा रहा, इस उपरांत गुरु का लंगर तैयार आ, सारे अगे हाथ जोड़ के बेनती आ गुरु का लंगर छक के जा। आए हुए सज्जना मित्रों रिश्तेदारों का बहुत बहुत धन्यवाद परिवार वालों। वाहिगुरू जी का खालसा, वाहिगुरू जी की फतेह। भाई अमरपाल सिंह जी, भाई सरबजीत सिंह जी, बाबा नाथ सिंह जी, सरदार जोगा सिंह जी, भाई साहब जी के भैन जी डॉक्टर प्रीत कौर जी, जिन्हों को शायद बहुत सारे जान नहीं, एक पंजाबी का उभर रहा कंगीकार है, मैं उन्होंने भी विशेष तौर पर धन्यवादी है जिन्होंने 4 पुस्तक पंजाबी साहित्य भेंट कर दी। इस दर्शन सिंह जी गलसी और जोड़े सज्जन इतने विराजमान सारे का भाई साहब वालों बहुत बहुत धन्यवाद। सारे
ਦਾ ਫੁਲਕਾ ਛਕ ਕੇ ਜਾਣਾ, ਜਿਹਨਾਂ ਨੂੰ ਪ੍ਰਸ਼ਾਦ ਲੈਣਾ ਉਹ ਜ਼ਰੂਰ ਲੰਗਰ ਦਾ ਫੁਲਕਾ ਛਕ ਕੇ ਜਾਣ। ਇੱਕ ਵਾਰੀ ਫਿਰ ਸਾਰੀ ਸੰਗਤ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ। ਤੁਹਾਡਾ ਕਦਮ ਕਦਮ ਚੱਲ ਕੇ ਆਇਆ ਪਰਿਵਾਰ